ਦੋਸਤੋ ਮੈਂ ਹਾਂ ਮੰਗਲ ਜਿੰਦਲ। ਟੂਡੇ ਨਿਊਜ਼ ਦੇ ਲਾਈਵ ਪ੍ਰੋਗਰਾਮ ਖਰੀਆਂ ਖਰੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਰੋਜ਼ਾਨਾ ਵਾਂਗ ਜੁੜੇ ਨੇ ਹਰਿੰਦਰ ਨਿੱਕਾ ਜੀ। ਨਿੱਕਾ ਜੀ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ। ਨਿੱਕਾ ਜੀ, ਪੰਜਾਬ ਦੇ ਜਿਹੜੇ ਸੀਐਮ ਨੇ ਭਗਵੰਤ ਸਿੰਘ ਮਾਨ ਤੇ ਜਿਹੜੇ ਆਪਣਾ ਪੰਚਾਇਤੀ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹ ਦੋਵੇਂ ਜ਼ਮੀਨਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਖਾਲੀ ਕਰਵਾਉਣ, ਉਹਨਾਂ ਦੇ ਕਬਜ਼ੇ ਛੁਡਵਾਉਣ ਦੇ ਲਈ ਪੂਰੇ ਸੁਹਿਰਦ ਨੇ। ਪਰ ਜਿਹੜੀ ਬਰਨਾਲਾ ਐਡਮਿਨਿਸਟ੍ਰੇਸ਼ਨ ਹੈ ਉਹ ਕਹਿੰਦੇ ਮੁੱਖ ਮੰਤਰੀ ਹੋ ਆਪਦੇ ਘਰੇ ਹੋ, ਅਸੀਂ ਨਹੀਂ ਮੰਨਦੇ ਹੈਗੇ, ਅਸੀਂ ਤਾਂ ਆਪਦੀਆਂ ਮਨ ਆਈਆਂ ਕਰਨੀਆਂ। ਪਿਰਥਾਪੱਤੀ ਧੂਰਕੋਟ ਦੀ ਪੰਚਾਇਤ ਹੈ ਅਤੇ ਉਹਦਾ 10 ਸਾਲ ਹੋ ਗਏ ਜਿਹੜਾ ਹੈਗਾ ਮਸਲਾ ਉਹ ਵਿਚਾਲੇ ਲਮਕਦਾ ਫਿਰਦਾ ਪੰਚਾਇਤੀ ਜ਼ਮੀਨ ਦਾ। ਪਰ ਇਹਨਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਬਰਨਾਲੇ ਦੀ, ਉਹਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਕੀ ਕਹੋਗੇ ਨਿੱਕਾ ਜੀ ਤੁਸੀਂ? ਮੰਗਲ ਜੀ, ਗੱਲ ਬਿਲਕੁਲ ਠੀਕ ਹੈ। ਕਹਿੰਦੇ ਹੁੰਦੇ ਵੀ ਪੰਚਾਂ ਦਾ ਕਿਹਾ ਸਿਰ ਮੱਥੇ, ਬਰਨਾਲਾ ਉੱਥੇ ਦਾ ਉੱਥੇ। ਠੀਕ ਹੈ ਜੀ। ਇੱਥੇ ਐਂ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਮੰਨਣ ਲਈ ਪ੍ਰਸ਼ਾਸਨ ਹੈ ਜਿਹੜਾ ਉਹ ਤਿਆਰ ਨਹੀਂ। ਠੀਕ ਹੈ ਜੀ। ਪੰਚਾਇਤ ਨੇ ਇੱਕ ਮਤਾ ਪਾਇਆ ਪਿਰਥਾਪੱਤੀ ਧੂਰਕੋਟ, ਜਾਨੀ ਐਂ ਮਤਲਬ ਲਾਭ ਸਿੰਘ ਗੋਕੇ ਜਿਹੜੇ MLA ਭਦੌੜ ਨੇ, ਉਹਨਾਂ ਦੇ ਹਲਕੇ ਦਾ ਪਿੰਡ ਪੈਂਦਾ ਪਿਰਥਾਪੱਤੀ ਧੂਰਕੋਟ। ਪਹਿਲਾਂ ਧੂਰਕੋਟ ਕੱਲਾ ਪਿੰਡ ਸੀ। ਠੀਕ ਹੈ ਜੀ। ਉਹਦੇ ਚੋਂ ਇੱਕ ਪਿਰਥਾਪੱਤੀ ਦੀ ਪੰਚਾਇਤ ਹੈ ਜਿਹੜੀ ਉਹ ਵੱਖਰੀ ਬਣ ਗਈ। ਠੀਕ ਹੈ ਜੀ। ਉਹਨਾਂ ਨੇ ਇੱਕ ਕੇਸ ਦਾਇਰ ਕੀਤਾ ਸੀ। ਪਹਿਲਾਂ ਤਾਂ ਪੰਚਾਇਤ ਨੇ ਮਤਾ ਪਾਇਆ 6/4/2012 ਨੂੰ। ਠੀਕ ਹੈ ਜੀ। ਵੀ ਜਿਹੜੀ ਪੰਚਾਇਤੀ ਜ਼ਮੀਨ ਹੈ ਕਰੀਬ 1 ਕਿੱਲਾ, ਵੀ ਉਹਦੇ 'ਤੇ ਕੁਛ ਲੋਕਾਂ ਨੇ ਕਬਜ਼ਾ ਕੀਤਾ ਹੋਇਆ। ਠੀਕ ਹੈ ਜੀ। ਵੀ ਉਹ ਕਬਜ਼ਾ ਛੁਡਾਇਆ ਜਾਵੇ। ਤੁਸੀਂ ਐਂ ਮੰਨ ਲਓ 10 ਸਾਲ ਹੋ ਗਏ ਉਹਨਾਂ ਗੱਲਾਂ ਨੂੰ, 10 ਤੋਂ ਉੱਤੇ ਹੀ ਹੋ ਗਏ। ਹਾਂਜੀ ਹਾਂਜੀ। ਵੀ ਪੰਚਾਇਤ ਨੇ ਉਦੋਂ ਬਾਅਦ ਕੇਸ ਕਰਤਾ। ਪਹਿਲਾਂ ਆਪ ਮਤਾ ਪਾਇਆ, ਕਿਸੇ ਨੇ ਉਹਨਾਂ ਦੀ ਸੁਣੀ ਨਹੀਂ। ਠੀਕ ਹੈ ਜੀ। ਜਿਵੇਂ ਇੱਕ ਲਾਲ ਚੰਦ ਜਮਲਾ ਜੱਟ ਨੇ, ਉਹਨਾਂ ਦਾ ਸਵਰਗੀ, ਉਹਨਾਂ ਦਾ ਇੱਕ ਗੀਤ ਹੈ ਵੀ ਕਿਸੇ ਨੇ ਮੇਰੀ ਗੱਲ ਸੁਣਨੀ, ਕਿਸੇ ਨੇ ਮੇਰੀ ਗੱਲ ਨਾ ਸੁਣੀ, ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ। ਠੀਕ ਹੈ ਜੀ। ਜਿਹੜੀ ਪੰਚਾਇਤ ਵਾਲੇ ਸੀ ਉਹ ਬਾਜਾਂ ਮਾਰਦੇ ਰਹੇ, ਉਹਨਾਂ ਦੀ ਗੱਲ ਸੁਣਨ ਦੀ ਕੋਈ ਤਿਆਰ ਨਹੀਂ ਹੋਇਆ। ਅਤੇ ਉਹਨਾਂ ਨੇ ਜਿਹੜਾ ਕੇਸ ਸੀ ਉਹ DDPO ਨੇ, ਜਿਹੜੇ ਡਿਸਟ੍ਰਿਕਟ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ, ਉਹਨਾਂ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਕੇਸ ਪਾਤਾ। ਠੀਕ ਹੈ ਜੀ। ਵੀ ਸਾਡੀ ਜਿਹੜੀ ਜ਼ਮੀਨ ਹੈ ਉਹ ਛੁਡਾਈ ਜਾਵੇ। ਕਰੀਬ 1 ਕਿੱਲਾ ਜ਼ਮੀਨ ਦੱਸੀ ਜਾ ਰਹੀ ਹੈ। ਠੀਕ ਹੈ ਜੀ। ਅਤੇ ਮਹਿੰਗੀ ਜ਼ਮੀਨ ਹੈ, ਆਬਾਦੀ ਦੇ ਵਿੱਚ। ਠੀਕ ਹੈ ਜੀ। ਛੱਪੜ ਦੀ ਜਗ੍ਹਾ ਸੀ ਅਤੇ ਨਾਲ ਕੁਛ ਪਹੀ ਦੀ ਜਗ੍ਹਾ। ਠੀਕ ਹੈ। ਅਤੇ ਉਹਨਾਂ ਨੇ ਲੜਾਈ ਸ਼ੁਰੂ ਕੀਤੀ, ਲੜਾਈ ਲੜਦੇ ਰਹੇ। ਉਹਨਾਂ ਨੇ ਕੁੱਲ 16 ਜਣਿਆਂ 'ਤੇ ਕੇਸ ਦਰਜ ਕੀਤਾ ਹੈ। ਠੀਕ ਹੈ ਜੀ। ਕੇਸ ਦਾਇਰ ਕਰਤਾ, ਪਟੀਸ਼ਨ ਪਾਤੀ ਵੀ ਸਾਡੇ ਮਤਲਬ ਇਹ ਕਬਜ਼ਾ ਜਿਹੜਾ ਉਹ ਛੁਡਾਇਆ ਜਾਵੇ। ਹੁਣ 10 ਸਾਲਾਂ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ। ਬਿਲਕੁਲ ਜੀ। 10 ਸਾਲਾਂ 'ਚ 2 ਤਾਂ ਪੰਚਾਇਤਾਂ ਬਦਲ ਗਈਆਂ। ਠੀਕ ਹੈ ਜੀ। ਜਾਨੀ ਜੇ ਹਾਲਤ ਨਹੀਂ ਬਦਲੀ ਤਾਂ ਇਕੱਲੀ ਉਹ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਦੀ ਨਹੀਂ ਬਦਲੀ। ਹਾਂਜੀ ਹਾਂਜੀ। ਪੰਚਾਇਤਾਂ ਤਾਂ 2 ਬਦਲ ਗਈਆਂ। ਉਦੋਂ ਬਾਅਦ ਜਿਹੜੇ DDPO ਹੈ ਉਹਨਾਂ ਨੇ ਫੈਸਲਾ ਕਰਤਾ। ਇਹ ਫੈਸਲਾ ਕੀਤਾ ਉਹਨਾਂ ਨੇ 17/6/2014। ਠੀਕ ਹੈ ਜੀ। ਲਗਭਗ 2 ਸਾਲਾਂ ਬਾਅਦ ਉਹਨਾਂ ਨੇ 2 ਸਾਲ ਕਾਰਵਾਈ ਚੱਲਦੀ ਰਹੀ। ਉਹਦੇ ਵਿੱਚੋਂ ਕੁਛ ਜਿਹੜੇ ਬੰਦੇ ਸੀ ਉਹ ਪੇਸ਼ ਨਹੀਂ ਹੋਏ। ਠੀਕ ਹੈ ਜੀ। ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਤਰਫਾ ਕਾਰਵਾਈ, ਕੁਛ ਸੀ ਜਿਹੜੇ ਉਹ ਪੇਸ਼ ਹੋ ਗਏ। ਠੀਕ ਹੈ। ਲਗਭਗ 2 ਸਾਲਾਂ ਬਾਅਦ, 2 ਸਾਲ ਤੋਂ ਜ਼ਿਆਦਾ ਹੀ ਮੰਨ ਲਓ ਵੀ ਲਾਗੇ, ਅਤੇ ਉਹਨਾਂ ਨੇ ਫੈਸਲਾ ਕਰਤਾ ਵੀ ਉਹ ਪੰਚਾਇਤੀ ਜ਼ਮੀਨ ਨੂੰ ਛੁਡਾਉਣ ਦਾ ਹੁਕਮ ਜਾਰੀ ਕਰਤਾ। ਠੀਕ ਹੈ। ਜਾਨੀ ਉਹ ਜਿਹੜਾ DDPO ਦਾ ਜ਼ਮੀਨ ਛੁਡਾਉਣ ਲਈ ਜਾਰੀ ਕੀਤਾ ਹੁਕਮ ਹੈ, ਕੇਸ ਦਾ ਫੈਸਲਾ ਸੁਣਾਇਆ, ਉਹ 17/6/2014 ਨੂੰ ਸੁਣਾਤਾ। ਅਤੇ ਮੈਨੂੰ ਲੱਗਦਾ 8 ਸਾਲ ਉਹ ਫੈਸਲਾ ਸੁਣਾਏ ਨੂੰ ਹੋ ਗਏ। ਠੀਕ ਹੈ ਜੀ। ਜਾਨੀ ਤੁਸੀਂ ਦੇਖੋ ਵੀ ਕਿਹੜੇ ਰਫ਼ਤਾਰ ਕਿਹੜੀ ਚੱਲ ਰਹੀ ਹੈ ਕੰਮ। ਬਿਲਕੁਲ ਜੀ। ਪਹਿਲਾਂ ਤਾਂ 2 ਦੂਣੀ 4 ਵਾਲਾ ਕੇਸ ਸੀ। ਹਾਂਜੀ ਹਾਂ। ਅਤੇ ਉਹਨਾਂ ਨੇ 2 ਸਾਲ ਲਾਤੇ। ਬਿਲਕੁਲ। ਉਦੋਂ ਬਾਅਦ ਉਹ ਫੈਸਲੇ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਜਾਨੀ ਐਂ ਮੰਨ ਲਓ ਪਹਿਲੀ ਪੰਚਾਇਤ ਵੀ ਬਦਲ ਗਈ, ਦੂਜੀ ਪੰਚਾਇਤ ਦਾ ਸਮਾਂ ਵੀ ਨਿਕਲ ਗਿਆ। ਠੀਕ ਹੈ ਜੀ। ਅਤੇ ਫਿਰ ਜਾਨੀ 8 ਸਾਲ ਤੋਂ ਉਹ ਇਸ ਗੱਲ ਦੀ ਉਡੀਕ ਕਰ ਰਹੇ ਸੀ। ਅਤੇ ਤੀਜੀ ਪੰਚਾਇਤ ਨੇ ਆ ਕੇ ਦੁਬਾਰੇ ਫਿਰ ਉਹਨਾਂ ਨੇ ਇੱਕ ਮਤਲਬ ਜਦੋਂ ਦੁਬਾਰੇ ਚਾਰਾਜੋਈ ਕੀਤੀ ਤਾਂ ਉਹ ਚਾਰਾਜੋਈ ਦੇ ਸੰਦਰਭ ਦੇ ਵਿੱਚ ਜਿਹੜੇ ਆਪਣੇ BDPO ਨੇ, ਹਾਂਜੀ, ਬਲਾਕ ਪੰਚਾਇਤ ਅਫਸਰ, ਇਹ ਬਰਨਾਲਾ ਬਲਾਕ ਦੇ ਵਿੱਚ ਪੈਂਦੇ ਨੇ। ਠੀਕ ਹੈ ਜੀ। ਅਤੇ ਭਾਵੇਂ ਇਹਨੂੰ ਹਲਕਾ ਭਦੌੜ ਪੈਂਦਾ, ਵਿਧਾਨ ਸਭਾ ਹਲਕਾ, ਪਰ ਜਿਹੜਾ BDO ਬਲਾਕ ਹੈ ਉਹ ਬਰਨਾਲਾ ਪੈਂਦਾ। ਠੀਕ ਹੈ ਜੀ। ਉਹਨਾਂ ਨੇ ਕਬਜ਼ਾ ਵਾਰੰਟ ਲੈਣ ਲਈ, ਕਿਉਂ ਇੱਕ ਪਾਸੇ ਤਾਂ ਸਰਕਾਰ ਦੇਖੋ ਐਂ ਮੰਨ ਲਓ ਸਰਕਾਰ ਚੱਲ ਪਈ, ਇਸ ਪਾਸੇ ਵੀ ਜ਼ਮੀਨਾਂ ਦੇ ਕਬਜ਼ੇ ਛੁਡਾਏ ਜਾਣੇ ਨੇ ਪੰਚਾਇਤੀ ਜ਼ਮੀਨਾਂ ਦੇ। ਅਤੇ ਉਹਨਾਂ ਨੇ ਵੀ ਐਂ ਮੰਨ ਲਓ ਵੀ ਜੇ ਹੁਣ ਇਹ ਪੰਚਾਇਤ ਮਤਲਬ ਸਰਕਾਰ ਬਦਲੀ ਤੋਂ ਬਾਅਦ, ਹਾਂਜੀ ਹਾਂਜੀ, ਅਤੇ ਸਰਕਾਰ ਤਬਦੀਲੀ ਹੋ ਗਈ, ਅਤੇ ਉਹਨਾਂ ਨੇ ਮਹੀਨੇ 2 ਮਹੀਨਿਆਂ ਬਾਅਦ ਉਹਨਾਂ ਨੂੰ ਵੀ ਯਾਦ ਆਇਆ ਪੰਚਾਇਤ ਅਫਸਰ ਆ ਜਿਹੜੇ BDPO ਸਾਹਿਬ ਨੇ
ਵੀ ਫਿਰ ਜਿਹੜਾ ਆਪਾਂ ਵੀ ਜ਼ਮੀਨ ਦਾ ਕਬਜ਼ਾ ਜਾਨੀ ਜਿਵੇਂ ਕਹਿੰਦੇ 8 ਸਾਲਾਂ ਬਾਅਦ ਇਹ ਗੱਲ ਦੀ ਯਾਦ ਆਈ ਹਾਂਜੀ ਹਾਂਜੀ ਵੀ ਆਪਾਂ ਫੈਸਲਾ ਜਿਹੜਾ ਉਹਦਾ ਇੰਪਲੀਮੈਂਟ ਵੀ ਤਾਂ ਕਰਾਉਣਾ ਹੈ ਨਾ। ਹਾਂਜੀ ਹਾਂਜੀ ਅਖੀਰੀ ਉਹਨਾਂ ਨੇ DDPO ਸਾਹਿਬ ਨੂੰ 26/5/2022 ਨੂੰ ਠੀਕ ਹੈ ਜੀ ਇੱਕ ਪੱਤਰ ਜਾਰੀ ਕਰਤਾ ਵੀ ਬਰੰਟ ਕਬਜ਼ਾ ਲੈਣ ਲਈ ਹੁਕਮ ਜਾਰੀ ਕੀਤਾ ਜਾਵੇ, ਜਿਹੜੀ DDPO ਦੀ ਅਦਾਲਤ ਹੈ। ਹੈਰਾਨੀ ਦੀ ਗੱਲ ਹੈ ਵੀ 2 ਮਹੀਨਿਆਂ ਤੋਂ ਵੱਧ ਉਹਨੂੰ ਟੱਪ ਗਏ। ਠੀਕ ਹੈ ਜੀ ਹੁਣ ਉਹ ਜਿਹੜੀ ਫਾਈਲ ਹੈ ਉਹ DDPO ਸਾਹਿਬ ਆਪਦੇ ਕੋਲੇ ਦੱਬੀ ਬੈਠੇ ਨੇ, ਜਿਹੜੀ ਬਰੰਟ ਕਬਜ਼ੇ ਦੇ ਆਰਡਰ ਨਹੀਂ ਕਰ ਰਹੇ। ਠੀਕ ਹੈ ਹੁਣ ਪਤਾ ਨਹੀਂ, ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਪੰਚਾਇਤ ਮੰਤਰੀ ਸਾਹਿਬ ਨੇ ਜਾਂ ਉਹਦੇ ਤਾਂ ਖੁਦ ਮੁੱਖ ਮੰਤਰੀ ਸਾਹਿਬ ਚਲੇ ਗਿਆ, ਜਿਹੜਾ ਇਮਾਨ ਸਿੰਘ ਮਾਨ ਹੋਰਾਂ ਤੋਂ ਜਾਂ ਹੋਰ ਜਿਹੜੇ ਰਸੂਖਦਾਰ ਲੋਕ ਸੀ ਉਹਨਾਂ ਤੋਂ ਜ਼ਮੀਨ ਛਡਾਉਣ ਲਈ ਗਏ ਨੇ। ਠੀਕ ਹੈ ਜੀ ਇੱਥੇ ਪਤਾ ਨਹੀਂ ਕਿਉਂ ਨਹੀਂ ਗਏ, ਜਿਹੜੀ ਸੰਬੰਧੀ ਜਾਂ ਤਾਂ ਇਹ ਕਹਿ ਲਓ ਵੀ ਇਹਨਾਂ ਨੂੰ ਕੋਈ ਡਰ ਭੈ ਹੈ ਹੀ ਨਹੀਂ। ਹਾਂਜੀ ਹਾਂਜੀ ਵੀ ਸਰਕਾਰ ਦਾ ਹੁਕਮ ਕਿਹੋ ਜਿਹਾ, ਕਹਿੰਦੇ ਤਾਂ ਇਹ ਨੇ ਨਾ ਵੀ ਜਿਹੋ ਜੀ ਬਾਹ ਹੋਵੇ ਉਹ ਜਿਹਾ ਉਹਲਾ ਕਰ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਪਰ ਮੈਨੂੰ ਲੱਗਦਾ ਵੀ ਜਾਂ ਤਾਂ ਇੱਥੋਂ ਦੇ ਅਧਿਕਾਰੀ ਨੇ ਜਿਹੜੇ ਹਾਂਜੀ ਪੰਚਾਇਤ ਵਿਭਾਗ ਦੇ ਜਾਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ, ਵੀ ਜਾਂ ਤਾਂ ਆਏ ਆ ਵੀ ਉਹ ਸਰਕਾਰ ਦੀ ਪਰਵਾਹ ਕੋਈ ਨਹੀਂ ਸਮਝਦਾ। ਠੀਕ ਹੈ ਜੀ ਵੀ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਨਾ ਵੀ ਅਗਲਾ ਕਹਿੰਦਾ ਢੱਠੇ ਖੂਹ ਜਾਣ ਇਹ ਜੇ ਹੁਕਮ, ਵੀ ਅਸੀਂ ਆਪਦੀ ਮਸਤ ਚਾਲ ਚੱਲਾਂਗੇ, ਸਾਡਾ ਇਹਨਾਂ ਹੁਕਮਾਂ ਨਾਲ ਕੋਈ ਸੰਬੰਧ ਨਹੀਂ। ਠੀਕ ਹੈ ਜੀ ਵੀ ਐਂ ਲੱਗਦਾ ਵੀ ਜਿਵੇਂ ਸ਼ਾਇਦ ਬਰਨਾਲਾ ਜ਼ਿਲ੍ਹਾ ਜਿਹੜਾ ਵੀ ਹੈ ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਗੁਆਂਢੀ ਜ਼ਿਲ੍ਹਾ, ਪਹਿਲਾਂ ਉਹ ਲੋਕ ਸਭਾ ਹਲਕਾ ਤਾਂ ਉਹਨਾਂ ਦਾ ਇਕੱਠਾ ਹੀ ਰਿਹਾ। ਹਾਂਜੀ ਹਾਂਜੀ ਠੀਕ ਹੈ ਤਾਂ ਉਹਨਾਂ ਦੇ ਜਿਹੜੀ ਗੁਆਂਢ 'ਚ ਪੈਂਦਾ ਹਲਕਾ, ਪਰ ਮੈਨੂੰ ਐਂ ਲੱਗਦਾ ਵੀ ਇੱਥੇ ਵਾਲਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ, ਖਾਸ ਤੌਰ ਤੇ ਪੰਚਾਇਤ ਵਿਭਾਗ ਹੈ, ਉਹ ਇਹ ਮੰਨਣ ਨੂੰ ਤਿਆਰ ਨਹੀਂ ਵੀ ਫਿਰ ਮੁੱਖ ਮੰਤਰੀ ਸਾਹਿਬ ਤਾਂ ਸੰਗਰੂਰ ਦੇ ਹੋ ਗਏ, ਠੀਕ ਹੈ ਵੀ ਜੀ ਬਰਨਾਲੇ ਤੇ ਉਹਨਾਂ ਦਾ ਕੋਈ ਹੁਕਮ ਚੱਲਦਾ ਨਹੀਂ। ਹੁਣ ਕਿਉਂ ਨਹੀਂ ਇਹੋ ਚਲਾ ਰਹੇ? ਠੀਕ ਹੈ ਵੀ ਜੀ ਇਹ ਆਪਦੇ ਆਪ 'ਚ ਹੀ ਬੜੀ ਮਤਲਬ ਹੈਰਾਨੀ ਦੀ ਗੱਲ ਹੈ। ਠੀਕ ਹੈ ਜੀ ਨਿੱਕਾ ਜੀ, ਕਿਤੇ ਨਾ ਕਿਤੇ ਸੁਗਬੁਗਾਹਟ ਇਹ ਵੀ ਹੈ ਵੀ ਜਿਹੜੀ ਸੱਤਾਧਰ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਕੁਝ ਨੇਤਾ ਹੈ ਉਹ ਵੀ ਪੱਟੀ ਨਹੀਂ ਬੰਨਣ ਦੇ ਰਹੇ ਨਿੱਕਾ ਜੀ। ਗੱਲ ਤਾਂ ਅਸਲ ਦੇ ਵਿੱਚ ਕੀ ਹੈ ਜੀ, ਜੇ ਤਾਂ ਆਪਾਂ ਉਦੋਂ ਪਿਛਲੇ ਟਰਮ ਦੇਖੀਏ ਇੱਥੇ 3 ਪੰਚਾਇਤਾਂ ਹੋ ਗਈਆਂ। ਠੀਕ ਹੈ ਜੀ ਪਹਿਲਾਂ ਅਕਾਲੀ ਦਲ ਦੀ, ਕਿਉਂ ਆਮ ਤੌਰ ਤੇ ਇਹ ਹੁੰਦਾ ਮੰਗਤ ਜੀ ਜਿਹੜੀ ਸਰਕਾਰ ਹੈ ਪੰਚਾਇਤ ਉਸੇ ਦੀ ਹੋ ਜਾਂਦੀ ਹੈ। ਠੀਕ ਹੈ ਜੀ ਵੀ ਚੁਣੀ ਜਾਂਦੀ ਜਦੋਂ ਪੰਚਾਇਤ ਹੈ ਬਿਲਕੁਲ ਵੀ ਉਹ ਉਸੇ ਧਿਰ ਦੀ ਹੋ ਜਾਂਦੀ ਹੈ। ਪਹਿਲਾਂ 10 ਸਾਲ ਜਿਵੇਂ ਅਕਾਲੀਆਂ ਵਾਲੇ ਵਿੱਚੋਂ 5 ਸਾਲ ਜਿਹੜੇ ਰਹੇ ਤਾਂ ਉਹ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਦੇ ਅਕਾਲੀ ਰਹੇ ਹੋਣਗੇ। ਠੀਕ ਹੈ ਜੀ ਉਦੋਂ ਬਾਅਦ ਅਗਲੀ ਸਰਕਾਰ ਬਣ ਗਈ ਹਾਂਜੀ ਤਾਂ ਹਾਂਜੀ ਕਾਂਗਰਸ ਦੇ 5 ਸਾਲ ਬਣੇ ਰਹੇ। ਠੀਕ ਹੈ ਜੀ ਤੇ ਹੁਣ ਸਰਕਾਰ, ਹੁਣ ਚਾਹੇ ਪੰਚਾਇਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤਾਂ ਨਹੀਂ, ਪਰ ਸੁਣਨ ਦੇ ਵਿੱਚ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਇਲਾਕੇ ਦੇ ਆਗੂ ਨੇ ਹਾਂਜੀ ਹਾਂ ਵੀ ਉਹ ਕਹਿੰਦੇ ਉਹਨਾਂ ਨੂੰ ਥਾਪੀ ਦੇ ਛੱਡਦੇ ਨੇ, ਚਿੰਤਾ ਨਾ ਮੰਨੋ ਮੈਂ ਤੁਹਾਡੇ ਨਾਲ ਹਾਂ। ਕਬਜ਼ਾ ਕਰਨ ਵਾਲਿਆਂ ਨੂੰ ਵੀ ਕਬਜ਼ਾ ਕਰਨ ਵਾਲਿਆਂ ਨੂੰ ਹੁਣ ਨਹੀਂ, ਪੰਚਾਇਤ ਨੂੰ ਤਾਂ ਨਹੀਂ ਇੰਨਾ ਸਮਾਂ ਲੱਗਦਾ, ਇਹ ਤਾਂ ਇਹਨਾਂ ਬਹਾਨੇ ਦੀ ਗੱਲ ਹੈ। ਠੀਕ ਹੈ ਜੀ ਵੀ ਹੁਣ ਇੰਨੇ ਸਮੇਂ ਦੇ ਵਿੱਚ ਦੇਖੋ ਇੱਕ ਪਾਸੇ ਤਾਂ ਸਰਕਾਰ ਦੀ ਪ੍ਰਾਇੋਰਟੀ ਇਸ ਗੱਲ ਦੀ ਹੋਵੇ ਵੀ ਸਰਕਾਰ ਦਾ ਇੱਕ ਜਿਵੇਂ ਡ੍ਰੀਮ ਪ੍ਰੋਜੈਕਟ ਬਣ ਗਿਆ ਨਾ, ਬਾਕੀ ਗੱਲਾਂ ਨੂੰ ਛੱਡ ਕੇ ਉਹਦਾ ਪੰਚਾਇਤੀ ਜ਼ਮੀਨਾਂ ਨੂੰ ਛਡਾਉਣ ਦੇ ਕਰਕੇ ਸਰਕਾਰ ਨੇ ਨਾਮਣਾ ਵੀ ਬਹੁਤ ਖੱਟਿਆ। ਠੀਕ ਹੈ ਜੀ ਲੋਕਾਂ ਦੇ ਵਿੱਚ ਜਿਹੜੇ ਅਪੋਜੀਸ਼ਨ ਵਾਲੇ ਸੀ ਸਰਕਾਰਾਂ ਵਾਲੇ, ਉਹਨਾਂ ਨੂੰ ਉਹਨਾਂ ਨੇ ਆਪਾਂ ਕਹਿ ਦਈਏ ਵੀ ਬੇਨਕਾਬ ਕੀਤਾ। ਠੀਕ ਹੈ ਜੀ ਹੁਣ ਇੱਥੋਂ ਵਾਲਾ ਪ੍ਰਸ਼ਾਸਨ ਹੈ ਜਿਹੜਾ ਤੇ ਜਾਂ ਉਹਨਾਂ ਦੀ ਆਪਸ ਵਿੱਚ ਹੀ ਦੇਖੋ ਕਬਜ਼ਾਕਾਰੀਆਂ ਦੇ ਨਾਲ ਜਿਹੜੀ ਉਹਨਾਂ ਦੀ ਸਾਂਝ ਭਿਆਲੀ ਹੈ, ਜੋ ਇਹ ਗੱਲ ਤੋਂ ਜੱਗ ਜ਼ਾਹਰ ਹੁੰਦੀ ਹੈ। ਭਾਵੇਂ ਦੇਖੋ ਕਿਸੇ ਨੇ ਕੋਈ ਲੈਣ ਦੇਣ ਹੁੰਦਾ ਨਹੀਂ ਦੇਖਿਆ, ਠੀਕ ਹੈ ਜੀ ਪਰ ਇਹ ਨਾ ਜੇ ਉਹ ਕਰਾ ਨਹੀਂ ਰਹੇ ਹਾਂਜੀ ਤਾਂ ਹਾਂਜੀ ਕੁਦਰਤੀ ਗੱਲ ਇਹ ਹੈਗੀ ਵੀ ਹੈ ਵੀ ਉਹਨਾਂ ਦੇ ਦਾਮਣ ਤੇ ਜਿਹੜੇ ਦਾਗ ਨੇ ਉਹ ਲੱਗਣੇ ਸੁਭਾਵਿਕ ਨੇ। ਵੀ ਯਾਰ ਕਾਰਨ ਅਕਸਰ ਹੈ ਕੀ, ਠੀਕ ਹੈ ਜੀ ਵੀ ਮੰਨ ਲਓ ਪੰਚਾਇਤ ਮਤਾ ਪਾਈ ਜਾਂਦੀ ਹੈ, ਪੰਚਾਇਤ ਚਾਹ ਰਹੀ ਹੈ ਵੀ ਸਾਡੀ ਜ਼ਮੀਨ ਛੱਡੀ ਜਾਵੇ, ਬਿਲਕੁਲ ਬਿਲਕੁਲ ਠੀਕ ਹੈ, ਉਹ 10 ਸਾਲ ਤੋਂ ਲੜਾਈ ਲੜੀ ਜਾਂਦੇ ਨੇ ਠੀਕ ਹੈ ਜੀ ਤੇ ਫਿਰ ਬਰੰਟ ਅਫਸਰ ਬਰੰਟ ਕਬਜ਼ਾ ਲੈਣ ਲਈ BDPO ਲਿਖ ਕੇ ਦੇਈ ਜਾ ਰਿਹਾ। ਠੀਕ ਹੈ ਫਿਰ ਜੀ ਐਡੀ ਕਿਹੜੀ DDPO ਸਾਹਿਬ ਨੂੰ ਮਜਬੂਰੀ ਆ ਕੇ ਡਿੱਗ ਪਈ ਹਾਂਜੀ ਹਾਂ ਵੀ ਉਹ ਕਹਿਣ ਵੀ ਮੈਂ ਨਾ ਮੰਨੂ। ਠੀਕ ਹੈ ਜੀ ਨਿੱਕਾ ਜੀ, ਜਿਵੇਂ ਜਿਹੜੇ ਪੰਚਾਇਤ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ ਹੋ ਰਹੇ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ, ਕਹਿੰਦੇ ਵੀ ਜੇ ਕੋਈ ਕਿਸੇ ਕੋਲ ਕਿੱਲਾ ਅੱਧਾ ਕਿੱਲਾ ਮੰਨ ਲਓ ਜਾਂ ਥੋੜੀ ਮੋਟੀ ਜ਼ਮੀਨ ਹੈ, ਕਿਸੇ ਨੇ ਡਿਵੈਲਪ ਕਰ ਲਈ, ਕਿਸੇ ਨੇ ਘਰ ਪਾ ਲਿਆ, ਤਾਂ ਅਸੀਂ ਛੁਡਵਾਵਾਂਗੇ ਨਹੀਂ, ਮੰਨ ਲਓ ਉਹਦੀ ਮਾਰਕੀਟ ਵੈਲਿਊ ਦੇ ਮੁਤਾਬਕ ਉਹ ਤੋਂ ਪੈਸੇ ਭਰਵਾਵਾਂਗੇ। ਤਾਂ ਇਹ ਤਨ ਪੱਤਨ ਕਿਉਂ ਨਹੀਂ ਲਾ ਰਹੀ ਐਡਮਿਨਿਸਟ੍ਰੇਸ਼ਨ ਨੇ? ਦੇਖੋ ਗੱਲ ਮੰਗਤ ਜੀ, ਇਹ ਗੱਲ ਥੋੜੀ ਬਿਲਕੁਲ ਠੀਕ ਹੈ ਵੀ ਪੰਚਾਇਤ ਮੰਤਰੀ ਸਾਹਿਬ ਨੇ ਵੀ ਕਿਹਾ, ਕੁਲਦੀਪ ਸਿੰਘ ਧਾਲੀਵਾਲ ਨੇ, ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਜਿਹੜੇ ਲੋਕਾਂ ਦੇ ਕਬਜ਼ੇ ਦੇ ਵਿੱਚ ਜਾਂ ਥੋੜੀ ਵੀ ਜ਼ਮੀਨ ਹੈ ਜਾਂ ਇਹ ਮੰਨ ਲਓ ਕਿਸੇ ਨੇ ਘਰ ਪਾਲਿਆ ਜਾਂ ਹੋਰ ਹੈ, ਵੀ ਅਸੀਂ ਉਹਨਾਂ ਬੰਦਿਆਂ ਤੋਂ ਛਡਾਵਾਂਗੇ ਨਹੀਂ। ਪਰ ਉਹਨਾਂ ਨੇ ਐ ਨਹੀਂ ਕਿਹਾ ਵੀ ਉਹਨੂੰ ਮੁਫਤ ਦੇ ਦਿਆਂਗੇ। ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਉਹਦੀ ਮਾਰਕੀਟ ਜਿਹੜਾ ਰੇਟ ਹੈ ਉਹਦੇ ਅਨੁਸਾਰ ਉਹਨਾਂ ਨੂੰ ਦਿੱਤਾ ਜਾ ਸਕਦਾ, ਵੀ ਪਹਿਲ ਉਹਨਾਂ ਦੀ ਹੋਊਗੀ ਵੀ ਤੁਸੀਂ ਉਹ ਪੈਸੇ ਭਰ ਲਓ। ਹੁਣ ਜੇ DDPO ਸਾਹਿਬ ਨੂੰ ਐ ਲੱਗ ਰਿਹਾ ਵੀ ਇਹ ਜਗ੍ਹਾ ਥੋੜੀ ਹੈ, ਠੀਕ ਹੈ ਜੀ, ਤੇ ਅਗਲਿਆਂ ਨੇ ਕਿਸੇ ਬੰਦੇ ਨੇ ਹੋ ਸਕਦਾ ਉੱਥੇ ਘਰ ਵੀ ਪਾਲੇ ਹੋਣ ਵੀ ਕਿਸ ਤਰੀਕੇ ਦਾ ਕਬਜ਼ਾ ਕੀਤਾ ਹੋਇਆ, ਠੀਕ ਹੈ, ਵੀ ਤਾਂ ਉਹ ਇਹ ਤਣਪਤਨ ਤਾਂ ਲਾਉਣ ਨਾ ਇਸ ਗੱਲ ਨੂੰ। ਬਿਲਕੁਲ ਬਿਲਕੁਲ ਵੀ ਉਹ ਬਰੰਟ ਕਬਜ਼ਾ ਲੈਣ ਦੀ ਵੀ ਹੈ, ਜੇ ਉਹਨੂੰ ਲੱਗ ਰਿਹਾ ਵੀ ਇਹ ਮਤਲਬ ਛਡਾਉਣੀ ਵਾਜਬ ਨਹੀਂ, ਹਾਂਜੀ ਤਾਂ ਉਹਦਾ ਰੇਟ ਪਾ ਕੇ
ਤੇ ਪੰਚਾਇਤ ਨੂੰ 4 ਪੈਸੇ ਆਮਦਨ ਦੇ ਤਾਂ ਕਰਨ ਲਈ ਦੇ ਸਕਦੇ ਨੇ। ਬਿਲਕੁਲ ਬਿਲकुल ਤੇ ਹੁਣ ਜੇ ਇੰਨੇ ਸਾਲਾਂ ਦੀ ਇਹ ਗੱਲ ਚੁੱਪ ਸੀ, ਹਾਂਜੀ, ਪਹਿਲੀ ਗੱਲ ਤਾਂ ਇਹ ਆਪਦੇ ਆਪ 'ਚ ਉਸ ਸਮੇਂ ਦੇ ਅਫਸਰਾਂ ਤੇ ਸਵਾਲ ਖੜੇ ਕਰਦੀ ਹੈ ਵੀ ਇਹ ਤਾਂ ਚਲੋ ਹੁਣ ਪੰਚਾਇਤ ਨੇ ਤਾਂ ਇਹ ਮਤਲਬ ਹੁਣ ਤਾਂ ਸਰਕਾਰ ਨੇ ਫੈਸਲਾ ਕਰ ਲਿਆ, ਇਦੋਂ ਪਹਿਲਾਂ ਤਾਂ ਹੈ ਨਹੀਂ ਸੀ। ਹਾਂਜੀ 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 ਵੀ ਹੁਣ ਵੀ ਕਿਹੜਾ ਅਜੇ ਸਰਕਾਰ ਅਜੇ ਕਹਿ ਰਹੇ ਨੇ, ਠੀਕ ਕੋਈ ਹੈ, ਨੋਟੀਫਿਕੇਸ਼ਨ ਕੋਈ ਨਹੀਂ ਹੋਈ, ਨੋਟੀਫਿਕੇਸ਼ਨ ਤਾਂ ਇਸ ਤਰ੍ਹਾਂ ਦਾ ਆਇਆ ਨਹੀਂ ਵੀ ਜਿਹੜੇ ਕਾਬਜ਼ਕਾਰ ਨੇ ਵੀ ਉਹਨਾਂ ਨੂੰ ਕਿਹੜੇ ਰੇਟਾਂ ਤੇ ਦਿੱਤਾ ਜਾਣਾ, ਅਜੇ ਤਾਂ ਜਵਾਨੀ ਕਲਾਮੀ ਬਿਆਨ ਨੇ। ਬਿਲਕੁਲ ਬਿਲकुल ਠੀਕ ਹੈ, ਇਸ ਕਰਕੇ ਜਿਹੜੀ ਆਪਾਂ ਇਹ ਨਹੀਂ ਚਾਹੁੰਦੇ ਵੀ ਉਹਨਾਂ ਦੀ ਕੋਈ ਜਗ੍ਹਾ ਕਬਜ਼ਾ ਹੀ ਛਡਾਇਆ ਜਾਵੇ। ਠੀਕ ਹੈ ਜੀ, ਉਹ ਤਾਂ ਪੰਚਾਇਤ ਲੜ ਰਹੀ ਹੈ, ਜਿਹੜੇ 10 ਸਾਲ ਤੋਂ ਲੜਦੇ ਨੇ ਉਹਨਾਂ ਦੀ ਇਹ ਡਿਮਾਂਡ ਹੈ, ਉਹ ਇਸੇ ਗੱਲ ਲਈ ਲੜ ਰਹੇ ਨੇ ਵੀ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਆਪਦੇ ਘਰ ਲਈ ਤਾਂ ਲੜ ਨਹੀਂ ਰਹੇ। ਹਾਂਜੀ ਹਾਂਜੀ ਉਹਨਾਂ ਦੀ ਇਸੇ ਕਰਕੇ ਡਿਮਾਂਡ ਹੈ ਵੀ ਪੰਚਾਇਤੀ ਜ਼ਮੀਨ ਹੈ ਜਿਹੜੀ ਵੀ ਉਹ ਛਡਾ ਲਈ ਜਾਵੇ। ਹੁਣ ਜੇ ਸਰਕਾਰ ਚਾਹੁੰਦੀ ਹੈ ਵੀ ਅਸੀਂ ਛਡਾਉਣੀ ਨਹੀਂ, ਜਾਂ ਮੰਨ ਲਓ ਡੀਡੀਪੀਓ ਸਾਹਿਬ ਛਡਾਉਣੀ ਨਹੀਂ ਚਾਹੁੰਦੇ, ਹਾਂਜੀ ਤਾਂ ਫਿਰ ਉਹਨਾਂ ਤੋਂ ਪੈਸੇ ਉਹਨਾਂ ਦੇ ਉਸ ਤਰੀਕੇ ਨਾਲ ਜਿਹੜੀ ਮਾਰਕੀਟ ਰੇਟ ਹੈ ਉਸ ਹਿਸਾਬ ਨਾਲ ਪੈਸਿਆਂ ਦੇ ਕੋਈ ਸਸਤਾ ਕਰਕੇ ਜਾਣੀ ਕਿਸੇ ਕੇਸ ਨੂੰ ਤਣ ਪੱਤਣ ਲਾਉਣ। ਇਹ ਜਿਹੜਾ ਪੂਰਾ ਮਾਮਲਾ ਹੈ ਉਹ ਐਂ ਲੱਗ ਰਿਹਾ ਵੀ ਇਹ ਅਫਸਰਸ਼ਾਹੀ ਦੀ ਜਿਹੜੀ ਨਾ ਇੱਕ ਢਿੱਲੀ ਮੱਠੀ ਚਾਲ ਕਹਦੀ ਆਪਾਂ, ਹਾਂਜੀ, ਮਸਤਾਨੀ ਚਾਲ ਚੱਲ ਰਹੇ ਨੇ। ਉਹਨਾਂ ਨੂੰ ਇਹ ਗੱਲ ਦਾ ਫਿਕਰ ਕੋਈ ਨਹੀਂ ਹੈ ਵੀ ਇਹ ਕੇਸਾਂ ਦਾ ਨਿਪਟਾਰਾ ਵੀ ਕਰਨਾ। ਠੀਕ ਹੈ ਦੋਸਤੋ, ਜਿਵੇਂ ਇਹ ਕੇਸ ਸਾਡੇ ਕੋਲੇ ਆਇਆ ਹੈਗਾ ਜਿਹੜੀ ਅੱਜ ਇਸ ਦੇ ਸੰਬੰਧ ਦੇ ਵਿੱਚ ਜਿਹੜੀ ਪੰਚਾਇਤ ਦੇ ਮੈਂਬਰ ਮਿਲੇ ਨਾ, ਜਿਨ੍ਹਾਂ ਨੇ ਆਪਣੇ ਮਾਮਲਾ ਇਹ ਧਿਆਨ 'ਚ ਲਿਆਂਦਾ, ਜੈਪਾਲ ਸਿੰਘ ਪੰਚਾਇਤ ਮੈਂਬਰ ਨੇ, ਬਾਬੂ ਸਿੰਘ ਉਹ ਪੰਚਾਇਤ ਮੈਂਬਰ ਨੇ, ਜਗਰਾਜ ਸਿੰਘ ਉਹ ਪੰਚਾਇਤ ਮੈਂਬਰ ਹੈ, ਇੱਕ ਉਹਨਾਂ ਨਾਲ ਜਥੇਦਾਰ ਗੁਰਮੀਤ ਸਿੰਘ ਨੇ। ਠੀਕ ਹੈ ਜਿਹਨੇ ਜਿਹੜੇ ਬੰਦਿਆਂ ਦਾ ਆਪ ਦਾ ਉਹਨਾਂ ਨਾਲ ਨਿੱਜੀ ਤੌਰ ਤੇ ਕੋਈ ਰੌਲਾ ਨਹੀਂ। ਠੀਕ ਹੈ ਜੀ, ਵੀ ਉਹ ਇਹ ਗੱਲ ਨੂੰ ਮਤਲਬ ਉਹਨਾਂ ਨੂੰ ਲੱਗਦਾ ਵੀ ਕੋਈ ਇਹ ਨਹੀਂ ਵੀ ਉਹਨਾਂ ਦਾ ਨਿੱਜੀ ਤੌਰ ਤੇ ਕੋਈ ਰੌਲਾ ਹੈ, ਤੇ ਉਹ ਤਾਂ ਇਹ ਕਹਿ ਰਹੇ ਨੇ ਵੀ ਇਹ ਪੰਚਾਇਤ ਮੰਤਰੀ ਜਾਂ ਸਰਕਾਰ ਪੰਚਾਇਤ ਦੀ ਜਗ੍ਹਾ ਨੂੰ ਛਡਾਉਣ ਵਾਲੇ ਪਾਸੇ ਚੱਲੇ ਨੇ, ਤਾਂ ਸਾਡੇ ਵਾਲੀ ਜਿਹੜੀ ਜਗ੍ਹਾ ਦੱਬੀ ਹੋਈ ਹੈ ਵੀ ਇਹਦਾ ਵੀ ਕੋਈ ਤਣ ਪੱਤਣ ਲਾ ਦਿਓ ਨਾ। ਬਿਲਕੁਲ ਬਿਲਕੁਲ, ਜਿਵੇਂ ਉਹ ਕਹਿੰਦੇ ਹੁੰਦੇ ਆ ਪੰਚਾਂ 'ਚ ਪਰਮੇਸ਼ਵਰ, ਜਿਵੇਂ ਆਪਾਂ ਕਹਿੰਦੇ ਆ, ਉਹ ਤਾਂ ਆਪਦੀ ਇੱਕ ਡਿਊਟੀ ਨਿਭਾ ਰਹੇ ਨੇ। ਉਹ ਆਪਦੀ ਇੱਕ ਡਿਊਟੀ ਨਿਭਾ ਰਿਹਾ, ਪਰ ਉਹਨਾਂ ਨੂੰ ਖੱਜਲ ਖੁਆਰੀ ਮਿਲ ਰਹੀ ਹੈ। ਹਾਂਜੀ ਹਾਂ, ਜਿਹਨੇ ਇਹ ਕੋਈ ਫੈਸਲਾ ਕਰਨ ਦੀ ਵੇ ਉਹ ਤਾਂ ਉੱਠਦਾ ਬੋਲੋ ਲਮਕਣ ਨੂੰ ਤਾਂ ਰੋਜ਼ ਡਿੱਗਦੇ ਨੇ। ਬਿਲਕੁਲ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਜਦੋਂ ਉਹ ਕਹਿੰਦੇ, ਇਹ ਪੰਚਾਇਤ ਮੈਂਬਰ ਦੱਸ ਰਹੇ ਜੀ ਜਿਹੜੇ ਮੈਂਬਰ ਸਾਹਿਬਾਨ ਨੇ, ਉਹ ਕਹਿੰਦੇ ਜਦੋਂ ਸਰਕਾਰ ਨੇ ਇਹ ਫੈਸਲਾ ਕੀਤਾ ਵੀ ਪੰਚਾਇਤੀ ਜ਼ਮੀਨਾਂ ਤੋਂ ਅਸੀਂ ਨਜਾਇਜ਼ ਕਬਜ਼ੇ ਛਡਾਉਣੇ ਨੇ, ਹਾਂਜੀ ਹਾਂਜੀ, ਉਹ ਕਹਿੰਦੇ ਐ ਮੰਨ ਲਓ ਅਸੀਂ ਤਾਂ ਜਿਵੇਂ ਭੰਗੜਾ ਪਾਉਂਦੇ ਨੇ, ਹੈ ਤਾਂ ਉਹ ਬਜ਼ੁਰਗ ਸੀ, ਉਹ ਕਹਿੰਦੇ ਸਾਡੇ ਮਤਲਬ ਧਰਤੀ ਤੇ ਪੈਰ ਨਾ ਲੱਗਣ ਵੀ ਯਾਰ ਹੁਣ ਗੱਲ ਠੀਕ ਆ ਗਈ, ਐਦੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ। ਠੀਕ ਹੈ, ਜਿਵੇਂ ਉਹ ਕਹਿੰਦੇ ਨੇ 12 ਸਾਲ ਬਾਅਦ ਰੂੜੀ ਦੀ ਸੁਣੀ ਉਹ ਜਾਂਦੀ ਕਹਿੰਦੇ ਹੈ, ਸਾਨੂੰ ਇਹ ਉਮੀਦ ਪੂਰੀ ਜਾਗੀ, ਪਰ ਕਹਿੰਦੇ ਹੁਣ ਜਦੋਂ ਬਰੰਟ ਕਬਜ਼ਾ ਮੰਗੇ ਜਾਣ ਦੇ ਬਾਵਜੂਦ ਉਹ ਦੇਣ ਲਈ ਤਿਆਰ ਨਹੀਂ, ਕਹਿੰਦੇ ਫਿਰ ਸਾਨੂੰ ਲੱਗਣ ਲੱਗ ਗਿਆ ਵੀ ਜਾਂ ਤਾਂ ਫਿਰ ਉਹਨਾਂ ਦੇ ਕੋਈ ਕਾਰਨ ਹੋਰ ਹੋਣਗੇ ਜਿੱਥੇ ਉਹ ਕਬਜ਼ੇ ਛਡਾਈ ਜਾਂਦੇ ਨੇ। ਠੀਕ ਹੈ ਜੀ, ਵੀ ਫਿਰ ਸਾਡੀ ਪੰਚਾਇਤ ਨੇ ਜਿਵੇਂ ਆਲਾ ਕਹਿੰਦਾ ਸਾਡੇ ਕਿਹੜਾ ਮਾਂ ਮਾਰੇ ਹੋਏ ਨੇ। ਬਿਲਕੁਲ ਬਿਲਕੁਲ, ਵੀ ਸਾਡੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ। ਹਾਂਜੀ 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 ਦੋਸਤੋ, ਜਿਵੇਂ ਇਹ ਕੇਸ ਸਾਡੇ ਧਿਆਨ ਦੇ ਵਿੱਚ ਆਇਆ ਹੈਗਾ, ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹ ਨੱਪੀਆਂ ਗਈਆਂ ਹੋਣਗੀਆਂ, ਤੇ ਟੂਡੇ ਨਿਊਜ਼ ਦੇ ਸਕਰੀਨ ਦੇ ਉੱਪਰ ਨਿੱਕਾ ਜੀ ਦਾ ਨੰਬਰ ਆਉਂਦਾ ਹੈਗਾ, ਤਾਂ ਉੱਥੇ ਸੰਪਰਕ ਕਰਕੇ ਉਹ ਜੇ ਕੇਸ ਪਹੁੰਚਦੇ ਕਰ ਦਿਆ ਕਰੋ, ਤਾਂ ਕਿ ਜਿਹੜੀ ਤੁਹਾਡੀ ਗੱਲਬਾਤ ਹੈ ਉਹ ਭਗਵੰਤ ਸਿੰਘ ਮਾਨ ਸਰਕਾਰ ਤੱਕ ਪੁੱਜਦੀ ਕਰ ਦਿਆ ਕਰੀਏ। ਨਿੱਕਾ ਜੀ, ਬਰਨਾਲੇ ਇੱਕ ਕਲੋਨੀ ਦਾ ਬੜਾ ਰੌਲਾ ਗੋਲਾ ਜਿਹਾ ਇਹ ਕਿ CLU ਦੇ ਵਿੱਚ ਬੜੀ ਧਾਂਦਲੀ ਕੀਤੀ ਹੈ, ਬਰਨਾਲੇ ਦੇ ਜਿਹੜੇ ਆਪਣਾ ਵਾਈਟ ਕਲਰ ਲੋਕ ਕਹਾਉਂਦੇ ਨੇ ਆਪਣੇ ਆਪ ਨੂੰ। ਦੇਖੋ ਗੱਲ ਹੈ ਨਾ, ਕਈ ਬੰਦੇ ਆਪੂ ਬਣੇ ਚੌਧਰੀ ਨਹੀਂ ਹੁੰਦੇ, ਹਾਂਜੀ ਅਸੀਂ ਆਪੂ ਬਣੇ ਦਾਨਵੀਰ ਬਣ ਜਾਂਦੇ ਨੇ, ਸਮਾਜ ਸੇਵੀ ਬਣ ਜਾਂਦੇ ਨੇ, ਜਿਹਨੇ ਕਿਹੜਾ ਕਿ ਸਰਟੀਫਿਕੇਟ ਲੈਣ ਦੀ ਤਾਂ ਕੋਈ ਲੋੜ ਨਹੀਂ। ਬਿਲਕੁਲ ਬਿਲਕੁਲ, ਜਿਵੇਂ ਐ ਨਾ ਵੀ ਕਹਿੰਦੇ ਵੀ ਪਹਿਲਾਂ ਲੁੱਟ ਖਸੁੱਟ ਕਰ ਲਓ, ਠੀਕ ਹੈ ਜੀ, ਉਦੋਂ ਬਾਅਦ ਵਿੱਚੋਂ ਉਹ ਲੁੱਟ ਦੇ ਮਾਲ ਦੇ ਵਿੱਚੋਂ ਥੋੜਾ ਬਹੁਤ ਕਿਸੇ ਮਤਲਬ ਕਿਸੇ ਸੰਸਥਾਵਾਂ ਨੂੰ ਦੇਣਾ ਸ਼ੁਰੂ ਕਰ ਦਿਓ। ਬਿਲਕੁਲ ਬਿਲਕੁਲ, ਤਾਂ ਲੋਕ ਉਹਨਾਂ ਦੀ ਲੁੱਟ ਨੂੰ ਮਤਲਬ ਜਿਹੜੇ ਉਹਨਾਂ ਤੋਂ ਕੁਝ ਲੈਣ ਵਾਲੇ ਲੋਕ ਨੇ, ਹਾਂਜੀ ਉਹ ਹਾਂਜੀ, ਉਹਨਾਂ ਦੀ ਲੁੱਟ ਤੋਂ ਫਿਰ ਧਿਆਨ ਲੋਕਾਂ ਦਾ ਭਟਕਾਉਣ ਲਈ ਫਿਰ ਉਹਨਾਂ ਨੂੰ ਦਾਨਵੀਰ ਜਾਂ ਉਹਨਾਂ ਨੂੰ ਵੱਡੇ ਸਮਾਜ ਸੇਵੀ ਇਸ ਤਰ੍ਹਾਂ ਦਾ ਮਤਲਬ ਸ਼ੁਰੂ ਕਰਦੇ। ਵੈਸੇ ਤਾਂ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ ਵੀ ਪਾਪਾਂ ਵਾਜੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਏ। ਠੀਕ ਹੈ, ਜਿਹੜੀ ਉਹਨਾਂ ਨੇ ਕਿਹਾ ਵੀ ਜਿਹੜੀ ਮਾਇਆ ਇਸ ਤਰ੍ਹਾਂ ਦੀ, ਜਿਹੜੇ ਵੱਡੇ ਵੱਡੇ ਅੰਬਾਰ ਲੱਗੇ, ਕਹਿੰਦੇ ਹਾਲਤਾਂ ਤਾਂ ਇਹ ਸੀ ਵੀ ਬਰਨਾਲੇ ਇਲਾਕੇ ਦੇ ਲੋਕ ਹੀ ਦੱਸਦੇ ਵੀ ਉਹ ਕਲੋਨਾਈਜ਼ਰ ਦੀ ਹਾਲਤ ਜਿਹੜੀ ਪਹਿਲਾਂ ਹੈ ਉਹ ਕੋਈ ਬਹੁਤੀ ਜ਼ਿਆਦਾ ਵਧੀਆ ਨਹੀਂ ਸੀ ਹੁੰਦੀ, ਹੁਣ ਤਾਂ ਉਹ ਅਰਬਾਂ ਰੁਪਈਆਂ ਦੇ ਮਾਲਕ ਹੋ ਗਏ। ਠੀਕ ਹੈ ਜੀ, ਤੇ ਹੁਣ ਅਰਬਾਂ ਰੁਪਈਏ ਦੇ ਜਿਹੜੇ ਮਾਲਕ ਬਣੇ ਨੇ, ਤਾਂ ਉਹਨਾਂ ਦੇ ਮਾਲਕੀ ਪਿੱਛੇ ਨਾ ਗੱਲ ਸਭ ਤੋਂ ਵੱਡੀ ਕੀ ਹੈ, ਜਿਵੇਂ ਕੁਛ ਤਾਂ ਮੰਨ ਲਓ ਸਰਕਾਰੀ ਅਧਿਕਾਰੀਆਂ ਨਾਲ ਮਿਲ ਜੁਲ ਕੇ ਹਾਂਜੀ ਉਹ ਬੇਨਿਯਮੀਆਂ ਕਰਦੇ ਨੇ, ਪੈਸਾ ਬਚਾ ਲੈਂਦੇ ਨੇ, ਰਜਿਸਟਰੀਆਂ ਘੱਟ ਰੇਟ ਤੇ ਕਰਾ ਲੈਂਦੇ ਨੇ, ਇਸ ਤਰ੍ਹਾਂ ਦੇ ਤਰੀਕੇ। ਇੱਕ ਐਵੇਂ ਜਿਹੜੇ ਸਰਕਾਰੀ ਖਾਲ, ਸਰਕਾਰੀ ਪਈਆਂ, ਠੀਕ ਹੈ ਇਹ ਸਾਰੇ ਜਿਹੜੇ ਰਸਤੇ ਨੇ ਉਹ ਵਿੱਚ ਹੀ ਕੱਟ ਕੇ ਵੇਚ ਦਿੰਦੇ ਨੇ। ਠੀਕ ਹੈ ਜੀ, ਜਿਹੜੀ ਫਿਰ ਜਦੋਂ ਕਿਸੇ ਬੰਦੇ ਨੂੰ
ਕਰੋੜਾਂ ਰੁਪਈਆਂ ਦੀ ਜ਼ਮੀਨ ਮੁਫਤ 'ਚ ਮਿਲ ਜੇ ਤੇ ਉਹ ਹਾਂਜੀ, ਵੇਚਣ ਦਾ ਮੌਕਾ ਮਿਲ ਜੇ ਬਿਲਕੁਲ ਤੇ ਮੈਨੂੰ ਲੱਗਦਾ ਜੇ ਵਿੱਚੋਂ 1 ਅੱਧਾ ਕਰੋੜ ਲਾ ਵੀ ਦੇਣਗੇ ਉਹਨਾਂ ਫਿਰ ਨਾ। ਇਹ ਦਾਨਵੀਰ ਦਾ ਦੇਖੋ ਹਿਸਾਬ ਕਿੱਡਾ ਵੱਡਾ ਹੈ। ਹਾਂਜੀ ਹਾਂਜੀ ਜਿਹੜਾ ਦਾਨਵੀਰ ਸ਼ਬਦ ਹੈ, ਵੈਸੇ ਤਾਂ ਮਹਾਭਾਰਤ ਦੇ ਜਿਹੜੇ ਪਾਤਰ ਸੀ ਕਰਨ, ਹਾਂਜੀ ਹਾਂ, ਉਹਨਾਂ ਨੂੰ ਦਾਨਵੀਰ ਕਿਹਾ ਜਾਂਦਾ। ਦਾਨਵੀਰ ਕਰਨ, ਦਾਨਵੀਰ ਤਾਂ ਉਹਨੂੰ ਕਹਿੰਦੇ ਆ ਵੀ ਜਿਹੜੀ ਆਪਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਦਾਨ ਕਰੇ ਨਿੱਕਾ ਜੀ। ਤੇ ਵੀ ਜੇ ਉਹਨਾਂ ਨੂੰ ਮਤਲਬ ਦਾਨਵੀਰ ਕਰਨ ਤਾਂ ਹੋਏ ਨੇ, ਇਤਿਹਾਸ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਤਾਂ ਉਹ ਦਾਨਵੀਰ ਕਰਨ ਦਾ ਲੱਗਦਾ ਸ਼ਬਦ। ਜੇ ਦਾਨਵੀਰ ਇੱਥੇ ਹਰ ਬੰਦੇ ਨਾਲ ਲੱਲੀ ਛੱਲੀ ਨਾਲ ਉੱਠ ਕੇ ਲਾਉਣ ਲੱਗ ਜਾਓ, ਉਹ ਦਾਨਵੀਰ ਕਹਿੰਦਾ ਲੋਕਾਂ ਦੇ ਵਿੱਚ ਮਜ਼ਾਕ ਉੱਡਦਾ। ਬਿਲਕੁਲ ਬਿਲਕੁਲ। ਜਦੋਂ ਆਪਦੇ ਆਪ ਨੂੰ ਵੀ ਇਹ ਜੇ ਉਹ ਸਫੈਦਪੋਸ਼ ਲੋਕ ਕਹਿ ਲਈਏ ਵੀ ਜਿਹੜੇ ਲੋਕ ਐ ਮੰਨ ਲਓ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਸਰਕਾਰੀ ਜਿਹੜੀ ਪ੍ਰਾਪਰਟੀ ਉਹਨਾਂ ਨੂੰ ਦੱਬਣ ਵਾਲੇ ਪਾਸੇ ਚੱਲ ਪੈਂਦੇ ਨੇ। ਹਾਂਜੀ ਹਾਂ। ਤੇ ਫਿਰ ਉਹ ਦਾਨਵੀਰ ਬਣ ਜਾਂਦੇ ਨੇ। ਠੀਕ ਹੈ ਜੀ। ਉਹਨਾਂ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਵੀ CLU ਦਾ ਰੌਲਾ ਪੈਂਦਾ ਹੈ, ਅਸਲ ਕੀ ਹੈ ਵੀ CLU ਦਾ ਜਿਹੜਾ ਸਾਫ਼ ਮਤਲਬ, ਮੈਨੂੰ ਤਾਂ ਥੋੜੀ ਜਿਹੀ ਅੰਗਰੇਜ਼ੀ ਘੱਟ ਆਉਂਦੀ ਹੈ, ਚੇਂਜ ਆਫ ਲੈਂਡ ਯੂਜ਼। ਚੇਂਜ ਆਫ ਲੈਂਡ ਯੂਜ਼ ਉਹਦਾ ਕੀ ਹੈ ਵੀ ਇੱਕ ਨੇਚਰ, ਜੇ ਕਿਸੇ ਨੇ ਜਿਹੜੀ ਵਾਹੀਯੋਗ ਜ਼ਮੀਨ ਹੈ, ਖੇਤੀਯੋਗ ਜ਼ਮੀਨ ਹੈ, ਖੇਤੀਯੋਗ ਜ਼ਮੀਨ ਹੈ ਜਿਹੜੀ, ਉਹਨੂੰ ਕਿਸੇ ਬੰਦੇ ਨੇ ਰਿਹਾਇਸ਼ੀ 'ਚ ਬਦਲਣਾ ਹੈ ਤਾਂ ਵੀ CLU ਦੀ ਲੋੜ ਪੈਗੀ। ਬਿਲਕੁਲ। ਜੇ ਉੱਥੇ ਮਤਲਬ ਵੱਡੀ ਗਿਣਤੀ 'ਚ ਆਏ ਨਹੀਂ ਵੀ ਕਿਸੇ ਬੰਦੇ ਨੇ ਮਕਾਨ ਪਾਉਣਾ ਆਪਦਾ, ਉਹ ਹੋ ਗਿਆ। ਤੇ ਜੇ ਕਿਸੇ ਘਰੇਲੂ ਮਤਲਬ ਜਿਹੜੀ ਰੈਜ਼ੀਡੈਂਸ਼ੀਅਲ ਹੈ, ਹਾਂਜੀ ਹਾਂ, ਮਤਲਬ ਰਿਹਾਇਸ਼ੀ ਜਗ੍ਹਾ ਹੈ, ਜੇ ਉਹਨੂੰ ਕਿਸੇ ਨੇ ਕਮਰਸ਼ੀਅਲ ਦੇ ਵਿੱਚ ਵਰਤਣਾ ਹੈ, ਠੀਕ ਹੈ ਜੀ, ਤਾਂ ਫਿਰ ਉਹਦੀ ਚੇਂਜ CLU ਦੀ ਲੋੜ ਪੈਂਦੀ ਹੈ। ਠੀਕ ਹੈ ਜੀ। ਜਿਹੜੀ ਇਹ ਏਰੀਏ ਦੀ ਉਹ ਸੀ ਵੀ CLU ਹੈ ਜਿਹੜਾ ਉਹ ਲੈ ਲਿਆ ਗਿਆ, ਤੇ CLU ਦੇ ਵਿੱਚ ਜਿਹੜੇ ਨੰਬਰ ਦਰਜ ਕੀਤੇ ਗਏ, ਠੀਕ ਹੈ ਜੀ, ਉਹਨਾਂ ਨੰਬਰਾਂ ਦੀ ਰਜਿਸਟਰੀ ਉਦੋਂ 1 ਸਾਲ ਬਾਅਦ ਕਰਾਈ ਗਈ। ਇੱਕ ਦੀ ਅਜੇ 2023 ਚ ਹੋਣੀ ਹੈ। ਠੀਕ ਹੈ ਜੀ। ਮਤਲਬ ਰਜਿਸਟਰੀ ਹੈ ਜਿਹੜੀ, ਜਦੋਂ ਉਹਦਾ CLU ਲੈ ਲਿਆ ਗਿਆ, ਹਾਂਜੀ ਤਾਂ ਉਹ ਵਾਹੀਯੋਗ ਜ਼ਮੀਨ ਦੇ ਵਿੱਚ ਤਾਂ ਹੋਣੀ ਨਹੀਂ ਸੀ ਚਾਹੀਦੀ। ਬਿਲਕੁਲ। ਪਰ ਜਿੱਥੇ ਮਿਲੀ ਭੁਗਤ ਚੱਲਣ ਲੱਗ ਜੀ, ਠੀਕ ਹੈ ਜੀ, ਹੁਣ ਜਿਹੜੇ ਅਫਸਰ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ ਸਾਨੂੰ ਜੀ CLU ਪੇਸ਼ ਨਹੀਂ ਕੀਤਾ ਗਿਆ। ਠੀਕ ਹੈ ਜੀ। ਜੇ CLU ਪੇਸ਼ ਨਹੀਂ ਕੀਤਾ ਗਿਆ ਤਾਂ ਇੱਕ ਗੱਲ ਤਾਂ ਸਾਫ਼ ਹੈ ਨਾ ਵੀ ਫਿਰ ਇਹਦਾ ਮਤਲਬ ਜੇ ਉਹਨਾਂ ਨੇ ਜਾਲੀ ਫਰਜ਼ੀ ਡਾਕੂਮੈਂਟ ਤਿਆਰ ਕੀਤੇ ਹੈ, ਇੱਕ 467, 468, 471 ਤੇ 420 ਜਿਹੜੀ ਹੈ ਵੀ ਜਾਂ 120 ਵੀ ਸੈਕਸ਼ਨ ਹੈ, ਉਹ ਇਹਨਾਂ ਗੱਲਾਂ ਲਈ ਬਣੀ ਵੀ ਹੈ। ਬਿਲਕੁਲ। ਕੋਈ ਬੰਦਾ ਜਾਲੀ ਫਰਜ਼ੀ ਡਾਕੂਮੈਂਟ ਤਿਆਰ ਕਰ ਲੇ, ਹਾਂਜੀ, ਠੀਕ ਹੈ ਵੀ ਉਹਨਾਂ ਨੇ ਜਦੋਂ ਇਹ ਕਰ ਲਿਆ ਤਾਂ ਉਹਦੇ 'ਚ ਬਕਾਇਦਾ ਇੱਕ ਸ਼ਿਕਾਇਤ ਵੀ ਹੋਈ ਵੀ ਹੈ ਹੁਣ। ਠੀਕ ਹੈ ਜੀ। ਇਸੇ ਮਾਮਲੇ ਦੇ ਵਿੱਚ ਉਹ ਨਗਰ ਕੌਂਸਲ ਨੇ ਜਿਹੜੀ ਸ਼ਿਕਾਇਤ ਹੈ, ਉਹ ਤਹਿਸੀਲਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਉਹਨਾਂ ਨੇ ਭੇਜਤੀ ਵੀ ਉਹਦੇ ਤੇ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਵੇ। ਠੀਕ ਹੈ ਜੀ। ਤੇ ਉਹਦੇ 'ਚ ਹੁਣ ਅੱਜ ਮੈਂ ਸੁਣ ਰਿਹਾ ਸੀ ਪੰਜਾਬ ਟੈਲੀਵਿਜ਼ਨ ਦੇ ਜਿਹੜੇ ਹਰਜਿੰਦਰ ਸਿੰਘ ਰੰਧਾਵਾ, ਹਾਂਜੀ ਹਾਂ, ਮਨਪ੍ਰੀਤ ਰੰਧਾਵਾ ਜੀ ਹੋ ਗਏ, ਬਿਲਕੁਲ, ਤੇ ਇੱਕ ਰਾਜੀਵ ਭਾਸਕਰ, ਨਹੀਂ ਉਹਨਾਂ ਦੇ ਨਾਲ ਅੱਜ ਜਿਹੜੇ ਹਮੀਰ ਸਿੰਘ ਬੈਠੇ, ਜਿਹੜੇ ਨਿਊਜ਼ ਐਡੀਟਰ ਨੇ ਪੰਜਾਬੀ ਟ੍ਰਿਬਿਊਨ ਦੇ, ਬੜੇ ਸੁਲਝੇ ਹੋਏ ਪੱਤਰਕਾਰ ਨੇ ਉਹ, ਤੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਇਕੱਲੀ ਬਰਨਾਲੇ ਗੱਲ ਨਹੀਂ ਚੱਲਦੀ। ਠੀਕ ਹੈ ਜੀ। ਪਹਿਲਾਂ ਤਾਂ ਇਹ ਲੱਗਦਾ ਵੀ ਸ਼ਾਇਦ ਕਿਤੇ ਬਰਨਾਲੇ ਹੀ ਗੱਲ ਚੱਲਦੀ ਹੈ। ਅੱਜ ਅੱਜ ਸਰਦਾਰ ਹਮੀਰ ਸਿੰਘ ਹੋਰਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਵੀ ਇਹ ਜਿਹੜਾ ਘੁਟਾਲਾ ਚੱਲਦਾ CLU ਦੇ ਨਾਂ ਤੇ ਉਹਨਾਂ ਨੇ ਸ਼ਬਦ ਵਰਤਿਆ ਘੁਟਾਲੇ ਦਾ। ਠੀਕ ਹੈ ਜੀ। ਵੀ ਐਡਾ ਵੱਡਾ ਘਪਲਾ ਹੈ ਵੀ ਜਿਹਦੇ ਵਿੱਚ ਬਹੁਤ ਕੁਝ ਹੋ ਗਿਆ। ਠੀਕ ਹੈ ਜੀ। CLU ਦੇ ਜਿਹੜਾ ਪਰਦੇ ਦੇ ਪਿੱਛੇ ਖੇਡ ਹੈ, ਉਹਨਾਂ ਨੇ ਜਿਹੜਾ ਦੱਸਿਆ ਵੀ ਉਹ ਕਹਿੰਦੇ ਇਹਦੇ ਲਈ ਨਾ ਜਦੋਂ CLU ਲੈਣਾ ਹੈ, ਜੇ ਖੇਤੀਬਾੜੀ ਯੋਗ ਜ਼ਮੀਨ ਨੂੰ ਮਤਲਬ ਦੂਜੇ ਪਰਪਸ ਲਈ ਵਰਤਣਾ ਹੈ, ਠੀਕ ਹੈ ਜੀ, ਤਾਂ ਉਹਦੇ ਲਈ ਕਹਿੰਦੇ ਜਿਹੜਾ ਚੀਫ ਐਗਰੀਕਲਚਰ ਆਫਿਸਰ ਹੈ ਉਹਦੇ ਤੋਂ NOC ਲੈਣ ਦੀ ਜ਼ਰੂਰਤ ਹੈ, ਕਿਉਂਕਿ ਜੇ ਐਗਰੀਕਲਚਰ ਲੈਂਡ ਹੈ ਜਿਹੜੀ ਉਹਨੂੰ ਵਰਤਿਆ ਦੂਜੇ ਪਰਪਸ ਲਈ ਜਾਣਾ, ਚਾਹੇ ਰੈਜ਼ੀਡੈਂਸ਼ੀਅਲ ਵਰਤਿਆ ਜਾਣਾ, ਚਾਹੇ ਕਮਰਸ਼ੀਅਲ ਵਰਤਿਆ ਜਾਣਾ, ਤਾਂ ਉਹਦਾ ਇੱਕ ਪੱਤਰ ਜ਼ਰੂਰੀ ਹੈ। ਠੀਕ ਹੈ। ਉਹ ਕਹਿੰਦੇ ਬਹੁਤੀਆਂ ਥਾਵਾਂ ਤੇ ਜਿਹੜਾ ਉਹ ਉਹਨਾਂ ਦੀ ਮਨਜ਼ੂਰੀ ਹੈ ਜਾਂ ਉਹਨਾਂ ਦਾ NOC ਹੈ, ਨੋ ਆਬਜੈਕਸ਼ਨ ਸਰਟੀਫਿਕੇਟ, ਵੀ ਉਹ ਲਾਇਆ ਹੀ ਨਹੀਂ ਗਿਆ। ਇਹ ਜਿੰਨੇ ਕੁ ਕਾਗਜ਼ ਪੱਤਰ ਖੰਗਾਲੇ ਨੇ, ਉਹ ਮੈਨੂੰ ਪਤਾ ਲੱਗਿਆ ਵੀ ਇੱਥੋਂ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਲੋੜ ਨਹੀਂ ਸਮਝੀ ਇਹਦੀ। ਠੀਕ ਹੈ ਜੀ। ਜਾਨੀ ਮੈਨੂੰ ਐਂ ਲੱਗਦਾ ਵੀ ਜੇ ਕਿਤੇ ਵਾਕਈ ਇਹ ਗੱਲ ਦੀ ਪੜਤਾਲ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ CLU ਲਏ ਗਏ ਨੇ ਉਹ ਵਾਕਈ ਬਹੁਤ ਵੱਡਾ ਘਟਾਲਾ ਹੈ। ਇਹਦੇ ਨਾਲ ਤੁਹਾਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਬਿਲਕੁਲ। ਫਰਕ ਤਾਂ ਮੇਨ ਗੱਲ ਤਾਂ ਪੈਂਦਾ ਵੀ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਵੀ ਅਸੀਂ ਰੈਵਨਿਊ ਜਨਰੇਟ ਕਰਨਾ, ਵੱਧ ਤੋਂ ਵੱਧ ਇਹੋ ਜਿਹੇ ਲੋਕ ਅਧਿਕਾਰੀਆਂ ਨਾਲ ਮਿਲ ਜੁਲ ਕੇ, ਹਾਂਜੀ ਹਾਂਜੀ, ਜਿਹਨੇ ਐ ਮੰਨ ਲਓ ਸਰਕਾਰੀ ਖਜ਼ਾਨੇ ਨੂੰ ਚੱਟਦੇ ਤੁਰੇ ਜਾਂਦੇ ਨੇ, ਬਿਲਕੁਲ, ਤੇ ਆਪ ਦਾਨਵੀਰ ਬਣ ਜਾਂਦੇ ਨੇ। ਠੀਕ ਹੈ ਜੀ। ਨਿੱਕਾ ਜੀ, ਜੇ ਕਿਉਂਕਿ ਕਾਂਗਰਸ ਤੇ ਅਕਾਲੀ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਜਿਹੜਾ ਟੈਨਿਓਰ ਸੀ ਜਾਂ ਕਾਰਜਕਾਲ ਸੀ, ਲੋਕ ਵਾਲੇ ਇਨਸਾਫ ਦੀ ਤਵੱਜੋ ਨਹੀਂ ਰੱਖਦੇ ਸੀਗੇ, ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਸਾਰਾ ਮਿਲ ਮਿਲਾ ਕੇ ਚੱਲੀ ਜਾਂਦਾ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਮੰਨ ਲਓ ਜੇ ਇੱਥੋਂ ਦੇ ਮੰਤਰੀ ਨੇ ਮੰਨ ਲਓ ਖਬਰਾਂ ਵੀ ਲੱਗੀਆਂ, ਆਪਾਂ ਪ੍ਰੋਗਰਾਮ ਵੀ ਕੀਤੇ ਜਾਂ ਪ੍ਰੋਗਰਾਮ ਕਰ ਰਹੇ ਹਾਂ, ਮੀਡੀਆ ਬੋਲ ਰਿਹਾ ਹੈ, ਜੇ ਇਸ ਦੇ ਬਾਵਜੂਦ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਮੰਨ ਲਓ ਕਾਰਵਾਈ ਨਹੀਂ ਕਰਦੀ, ਤਾਂ ਕੀ ਉਹਨਾਂ ਦੇ ਉੱਪਰ ਉਂਗਲੀ ਨਹੀਂ ਉੱਠੂਗੀ? ਨਹੀਂ, ਉਂਗਲੀ ਮੰਗ ਜੀ ਬਿਲਕੁਲ ਉੱਠਦੀ ਹੈ। ਹੁਣ ਜਿਹੜਾ ਇਸ ਮਾਮਲੇ ਦੇ ਉੱਤੇ
ਜਿਹੜੇ ਆਪਾਂ ਪਹਿਲਾਂ ਵੀ ਇੱਕ ਐਪੀਸੋਡ ਦੇ ਵਿੱਚ ਜ਼ਿਕਰ ਕੀਤਾ ਸੀ ਠੀਕ ਹੈ ਵੀ ਇੱਥੇ ਜਿਹੜੇ ਤਹਿਸੀਲਦਾਰ ਸਾਹਿਬ ਆਏ ਨੇ ਹਾਂਜੀ ਹਾਂ ਵੀ ਮੈਡਮ ਦਿਵਿਆ ਸਿੰਗਲਾ ਹਾਂਜੀ ਹਾਂਜੀ ਵੀ ਉਹ ਕਾਫੀ ਮਤਲਬ ਇੱਕ ਤਾਂ ਐ ਵੀ ਉਹ ਗਲਤ ਕੰਮ ਕਰਨ ਨੂੰ ਮਤਲਬ ਕਿਨਾਰਾ ਕਰਦੇ ਨੇ, ਉਹ ਚਾਹੇ ਕੋਈ ਵੱਡਾ ਆ ਗਿਆ ਛੋਟਾ ਆ ਗਿਆ। ਅੱਜ ਕਾਫੀ ਅੱਜ ਜਾਂ ਕੱਲ ਇਹਨਾਂ ਦਿਨਾਂ ਦੇ ਵਿੱਚ ਪਤਾ ਲੱਗਿਆ ਵੀ ਚੰਗੇ ਚੰਗੇ ਲੋਕਾਂ ਦੀਆਂ ਖੜਕੀਆਂ ਹੋਈਆਂ ਘੰਟੀਆਂ ਵੀ ਉਹ ਨਜਾਇਜ਼ ਕੰਮ ਕਰਨ ਲਈ ਤਿਆਰ ਨੇ। ਠੀਕ ਹੈ, ਜਿਹੜਾ ਜਾਇਜ਼ ਕੰਮ ਹੈ ਉਹ ਸਾਰੀ ਪਬਲਿਕ ਦੇ ਹੁੰਦੇ ਨੇ। ਬਿਲਕੁਲ ਬਿਲਕੁਲ। ਜਿਹੜਾ ਨਜਾਇਜ਼ ਕਰਨ ਵਾਲੇ ਸੀ ਯਾਨੀ ਜਿਹੜੇ ਕਲੋਨਾਈਜ਼ਰ ਸੀ ਨਾ ਮੁੱਛਾਂ ਨੂੰ ਵੱਟ ਦਿੰਦੇ ਫਿਰਦੇ ਠੀਕ ਹੈ ਵੀ ਸ਼ਾਇਦ ਅਸੀਂ ਜਾਵਾਂਗੇ, ਜਿਵੇਂ ਕਹਿੰਦਾ ਹਰ ਮਿੱਟੀ ਕੁੱਟਿਆਂ ਨਹੀਂ ਪੁਰਦੀ। ਠੀਕ ਹੈ ਜੀ, ਵੀ ਹਰ ਇੱਕ ਬੰਦਾ ਵਿਕਾਊ ਨਹੀਂ ਹੈ। ਹਾਂਜੀ ਹਾਂਜੀ ਠੀਕ ਹੈ, ਵੀ ਇਸ ਤਰ੍ਹਾਂ ਹਰ ਮਿੱਟੀ ਕੁੱਟਿਆਂ ਨਹੀਂ ਪੁਰਦੀ। ਜਿਹੜੇ ਤਹਿਸੀਲਦਾਰ ਸਾਹਿਬ ਨੇ ਦਿਵਿਆ ਸਿੰਗਲਾ, ਹਾਂਜੀ ਉਹਨਾਂ ਦੇ ਕੋਲੇ ਵੀ ਕਹਿੰਦੇ ਪਹੁੰਚ ਕੀਤੀ ਗਈ ਸੀ, ਜਿਹੜਾ ਆਲੇ ਦੁਆਲੇ 'ਚੋਂ ਸੋਗਵਾਹਟ ਮਿਲਦੀ ਹੈ। ਠੀਕ ਹੈ ਜੀ, ਵੀ ਉਹ ਕਲੋਨਾਈਜ਼ਰ ਨੇ ਥੋੜੇ ਜਿਹੇ ਗੇੜੇ ਉੱਥੇ ਨਾ ਵਧਾਤੇ। ਠੀਕ ਹੈ ਜੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਤਹਿਸੀਲਦਾਰ ਸਾਹਿਬ ਨੇ ਉਹ ਮਿੱਟੀ ਦੇ ਨਹੀਂ ਬਣੇ ਹੋਏ, ਕਿਉਂ ਹਰ ਇੱਕ ਬੰਦਾ ਤਾਂ ਕਰਪਟ ਨਹੀਂ ਨਾ ਹੈ। ਹਾਂਜੀ ਹਾਂਜੀ ਠੀਕ ਹੈ, ਨਾਲੇ ਹਰ ਇੱਕ ਬੰਦਾ ਗਲਤ ਕੰਮ ਕਰਨ ਲਈ ਰਾਜੀ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ। ਵੀ ਜੇ ਤਾਂ ਕੋਈ ਕਹਿੰਦੇ ਨਾ ਆਟੇ 'ਚ ਨੂਣ ਹੈ ਜਿਹੜਾ ਉਹ ਤਾਂ ਖੱਪ ਜਾਂਦਾ। ਹਾਂਜੀ ਫਿਰ ਉਸ ਹਾਲਤ ਦੇ ਵਿੱਚ ਜੇ ਇਕੱਲਾ ਨੂਣ ਦੀਆਂ ਰੋਟੀਆਂ ਅਗਲਾ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਬਣਦੀਆਂ ਹੀ ਨਹੀਂ। ਹਾਂਜੀ ਹਾਂਜੀ ਠੀਕ ਹੈ, ਤੇ ਉਦੋਂ ਬਾਅਦ ਕਹਿੰਦੇ ਪਤਾ ਐਂ ਵੀ ਲੱਗਿਆ ਵੀ ਕੁਛ ਜਿਹੜੇ ਅਰਜੀ ਨਵੀਸ ਸੀ ਉਹਨਾਂ ਦੇ ਆਲੇ ਦੁਆਲੇ ਮਤਲਬ ਘੁੰਮਦੇ ਘੁਮਾਉਂਦੇ ਫਿਰਦੇ ਵੀ ਜਿਹਨਾਂ ਨੂੰ ਲੱਗਦਾ ਵੀ ਜੇ ਉੱਠਦਾ ਬੋਝ ਡਿੱਗੂ ਕੁਛ ਸਾਨੂੰ ਵੀ ਤਾਂ ਮਾੜਾ ਮੋਟਾ ਮਿਲ ਸਕਦਾ। ਠੀਕ ਹੈ ਠੀਕ ਹੈ, ਉਹੇ ਜਿਹਿਆਂ ਦੇ ਤੱਕ ਵੀ ਉਹ ਕਲੋਨਾਈਜ਼ਰ ਵੱਲੋਂ ਪਹੁੰਚ ਕੀਤੀ ਗਈ। ਠੀਕ ਹੈ ਜੀ, ਵੀ ਸ਼ਾਇਦ ਜੀ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਤੋਰ ਲਓ, ਪਰ ਅੱਜ ਤੱਕ ਦੀ ਹਾਲਤ ਇਹ ਰਹੀ ਵੀ ਜਿਹੜਾ ਉਹਨਾਂ ਨੂੰ ਕੋਈ ਰਿਲੀਫ ਹੈ ਜਿਹੜੀ ਠੀਕ ਹੈ ਜੀ, ਉਹ ਮਿਲੀ ਨਹੀਂ ਹੈ। ਇਦੋਂ ਬਾਅਦ ਜੇ ਹੁਣ ਕੋਈ ਕਾਰਵਾਈ ਨਹੀਂ ਹੁੰਦੀ, ਹਾਂਜੀ ਹਾਂਜੀ ਦੇਖੋ ਪਹਿਲੀ ਗੱਲ ਤਾਂ ਆਇਆ ਵੀ ਉਹ ਇਹਦੇ ਵਿੱਚ ਨਾ ਕੋਈ ਵੀ ਜਿਹੜੀ ਕੰਪਲੇਂਟ ਕੀਤੀ ਗਈ ਨਾ ਉਹ ਜਗਸੀਰ ਸਿੰਘ ਚਹਿਲ ਨੇ, ਠੀਕ ਹੈ ਜੀ, ਉਹਨਾਂ ਵੱਲੋਂ ਕੰਪਲੇਂਟ ਕੀਤੀ ਗਈ ਹੈ। ਉਹਦੇ ਵਿੱਚ ਬਕਾਇਦਾ ਇਹ ਤੱਥ ਪ੍ਰੂਫ ਦਿੱਤੇ ਗਏ ਨੇ ਠੀਕ ਹੈ ਜੀ, ਵੀ ਇੰਨੀ ਤਰੀਕ ਨੂੰ ਉਹਦੇ 'ਚ ਦੱਸਿਆ ਗਿਆ ਵੀ ਜਿਹੜਾ 2/6/2021 ਨੂੰ ਠੀਕ ਹੈ ਜੀ, CLU ਲਈ ਅਪਲਾਈ ਕੀਤਾ ਗਿਆ ਸੀ ਠੀਕ ਹੈ ਜੀ, ਤੇ ਉਦੋਂ 22 ਕੁ ਦਿਨਾਂ ਬਾਅਦ ਜਾਣੀ ਨਾ 26 ਕੁ ਦਿਨਾਂ ਬਾਅਦ ਵੀ 28/6/2021 ਨੂੰ CLU ਦੇ ਦਿੱਤਾ ਗਿਆ, ਯਾਨੀ ਚੇਂਜ ਲੈਂਡ ਯੂਜ਼ ਸਰਟੀਫਿਕੇਟ ਦੇ ਦਿੱਤਾ ਗਿਆ। ਤੇ ਉਦੋਂ ਲਗਭਗ 1 ਸਾਲ ਬਾਅਦ ਉਹੀ ਜਿਹੜਾ CLU ਲੈ ਲਿਆ ਗਿਆ, ਉਹਦੇ ਵਿਚਲੇ ਨੰਬਰਾਂ ਦੀ ਰਜਿਸਟਰੀ ਕਰਾ ਦਿੱਤੀ ਗਈ। ਠੀਕ ਹੈ ਜੀ, ਉਹ ਰਜਿਸਟਰੀ ਕਰਾਉਣਾ ਦੇਖੋ ਕੋਈ ਅਪਰਾਧ ਨਹੀਂ, ਬਿਲਕੁਲ ਬਿਲਕੁਲ, ਰਜਿਸਟਰੀ ਕਰਾਈ ਜਾ ਸਕਦੀ ਹੈ। ਹਾਂਜੀ ਚਲੋ ਉਹ 'ਚ ਵੀ ਕਰਾ ਦਿੱਤੀ, ਤੇ ਪਰ ਉਹਨੂੰ ਵਾਹੀਯੋਗ ਜ਼ਮੀਨ ਦਿਖਾ ਕੇ ਇੱਕ ਪਾਸੇ ਤਾਂ ਉਹ CLU ਲੈ ਲਿਆ ਗਿਆ ਬਿਲਕੁਲ ਉਸੇ ਜ਼ਮੀਨ ਦਾ, ਤੇ ਫਿਰ ਅੱਖੀਂ ਘੱਟਾ ਪਾ ਕੇ ਦੇਖੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ, ਹਾਂਜੀ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਅੱਖੀਂ ਘੱਟਾ ਇਹ ਪਤਾ ਵੀ ਉਹਨਾਂ ਨੇ CLU ਲਾਇਆ ਹੀ ਨਹੀਂ। ਠੀਕ ਹੈ ਜੀ, ਵੀ ਫਿਰ CLU ਲਏ ਦਾ ਕੀ ਫਾਇਦਾ ਹੋਇਆ ਵੀ? ਬਿਲਕੁਲ ਜੀ, ਜੇ ਹੁਣ CLU ਲਾ ਦਿੰਦੇ ਤਾਂ ਉਹਨਾਂ ਨੇ ਜਿਹੜੀ ਸਟਾਮ ਦੀ ਚੋਰੀ ਕੀਤੀ ਹੈ, ਹਾਂਜੀ ਹਾਂਜੀ ਜਿਹੜਾ ਉਹਨਾਂ ਨੇ ਸਟਾਮ ਦੀ ਚੋਰੀ ਕਰ ਲਈ, ਉਹ ਫਿਰ ਹੋਣੀ ਨਹੀਂ ਸੀ। ਉਹਨਾਂ ਨੂੰ ਜਿਹੜਾ ਪੈਸੇ ਹੈ ਉਹ ਮਤਲਬ ਹੋਰ ਦੇਣੇ ਪੈਣੇ ਸੀ ਖਜ਼ਾਨੇ ਦੇ ਵਿੱਚ। ਕਿੱਥੇ ਤਾਂ ਰੇਟ ਉੱਥੇ ਉਹਨਾਂ ਨੇ ਇੱਕ ਤਾਂ ਰਜਿਸਟਰੀ ਕਰਾਈ ਹੈ ਜਿਹੜੀ ਉਹ 25 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ, ਠੀਕ ਹੈ ਜੀ, ਤੇ ਇੱਕ ਕਰਾਈ ਹੈ 90 ਲੱਖ ਦੇ ਹਿਸਾਬ ਨਾਲ। ਠੀਕ ਹੈ। ਹਾਲਾਂਕਿ ਜਿਹੜਾ ਉਹਦਾ ਬਿਆਨਾ ਹੈ, ਉਹ ਜਿਹੜਾ ਬਿਆਨਾ ਹੈ ਨਾ, ਉਹ ਬਿਆਨਾ ਤਾਂ ਕਹਿੰਦੇ ਉਹਦਾ 2 ਕਰੋੜ ਤੋਂ ਉੱਤੇ ਦਾ। ਠੀਕ ਹੈ ਜੀ, ਵੀ 2 ਕਰੋੜ ਸ਼ਾਇਦ 93 ਲੱਖ ਰੁਪਏ ਦਾ ਇੱਕ ਤਾਂ ਜ਼ਮੀਨ ਦਾ ਬਿਆਨਾ ਹੋਇਆ ਹੋਇਆ। ਠੀਕ ਹੈ ਜੀ, ਤੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਘਪਲੇਬਾਜ਼ੀਆਂ ਨੇ ਨਾ, ਜੇ ਕਿਤੇ ਪ੍ਰਸ਼ਾਸਨ ਦੇਖੋ ਅਜੇ ਤੱਕ ਆਪਣੇ, ਜਿਵੇਂ ਆਪਾਂ ਆਮ ਗੱਲ ਕਰਦੇ ਨਾ ਅਕਸਰ ਹਾਂਜੀ ਵੀ ਆਪਣੇ ਸਰਕਾਰ ਬਦਲੀ ਦਾ ਕੋਈ ਬਹੁਤਾ ਅਸਰ ਦਿਖਾਈ ਦਿੰਦਾ ਨਹੀਂ ਹੈ। ਹਾਂਜੀ ਹਾਂਜੀ ਤੇ ਪਰ ਜੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਪਰਤਾਂ ਖੁੱਲ ਗਈਆਂ ਹਾਂਜੀ ਤੇ ਨਾ ਤਾਂ ਸਰਕਾਰ ਖਜ਼ਾਨਾ ਸਰਕਾਰ ਦਾ ਮਾਲਾ ਮਾਲ ਹੋ ਜੂ। ਹਾਂਜੀ ਯਾਨੀ ਮੈਨੂੰ ਲੱਗਦਾ ਵੀ ਹੁਣ ਬਰਨਾਲੇ ਜ਼ਿਲ੍ਹੇ ਦੀ ਵਾਰੀ ਆ ਗਈ ਹਾਂਜੀ ਵੀ ਘੱਟੋ ਘੱਟ ਉਹ ਖਜ਼ਾਨੇ 'ਚ ਮਾੜਾ ਮੋਟਾ ਯੋਗਦਾਨ ਤਾਂ ਪਵਾ ਹੀ ਸਕਦੇ ਨੇ ਜਿਹੜੇ ਜਾਨੀ ਇਹ ਜਿਹੇ ਬਣੇ ਹੋਏ ਦਾਨਵੀਰ ਨੇ। ਹਾਂਜੀ ਹਾਂ, ਨਾ ਤਾਂ ਉਹਨਾਂ ਦਾ ਮਖੌਟਾ ਲੈ ਜੂ, ਬਿਲਕੁਲ ਜਿਵੇਂ ਵੱਡੇ ਵੱਡੇ ਰਸੂਖਦਾਰਾਂ ਦਾ ਹਾਂਜੀ ਮਖੌਟਾ ਲਿਆ ਸਰਕਾਰ ਨੇ ਲਾਤਾ। ਬਿਲਕੁਲ ਬਿਲਕੁਲ, ਵੀ ਇਹ ਮੈਨੂੰ ਲੱਗਦਾ ਵੀ ਉਹ ਹੁਣ ਜਿਹੜਾ ਚਿਹਰਾ ਛੁਪਾਇਆ ਹੋਇਆ ਨਕਾਬ ਦੇ ਪਿੱਛੇ, ਵੀ ਉਹ ਸਰਕਾਰ ਜੇ ਚਾਹੇ ਜਾਂ ਇੱਥੋਂ ਦੇ ਅਧਿਕਾਰੀ ਚਾਹਣ ਤਾਂ ਉਹ ਚਿਹਰੇ ਤੋਂ ਨਕਾਬ ਹੈ ਜਿਹੜਾ ਉਹ ਲੈ ਸਕਦਾ ਤੇ ਲੋਕਾਂ ਦੇ ਸਾਹਮਣੇ ਮਤਲਬ ਸੱਚਾਈ ਸਾਹਮਣੇ ਵੀ ਸਮਾਜ ਸੇਵੀ ਨੇ ਜਿਹੜੇ ਭੱਦਰ ਪੁਰਸ਼ੋ ਕਿਹੋ ਜਿਹੇ ਨੇ। ਨਿੱਕਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 1 ਕਿੱਲਾ ਕਰੋੜ ਦਾ ਜਾਂ 1.25 ਕਰੋੜ ਦਾ ਇੰਨੇ ਦਾ ਬਰਨਾਲੇ 'ਚ ਪਲਾਟ ਵੇਚਦੇ ਆ ਕਲੋਨਾਈਜ਼ਰ ਨਿੱਕਾ। ਬਿਲਕੁਲ ਬਿਲਕੁਲ, ਇਹ ਗੱਲ ਉਹ ਅਸਲ ਕੀ ਹੈ ਨਾ, ਉਹ ਕਈਆਂ ਦੇ ਮੂੰਹ ਦੇ ਵਿੱਚ ਜਿਵੇਂ ਹੱਡ ਨਹੀਂ ਦਿੱਤਾ ਹੁੰਦਾ। ਹਾਂਜੀ ਹਾਂ, ਮੈਨੂੰ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਪ੍ਰਸਿੱਧ ਕਵੀ, ਹਾਂਜੀ ਕਵੀ ਨੇ ਸਵਰਗੀ ਵੀਰਾ ਦੇ ਸੁਲਤਾਨ, ਹਾਂ, ਤੇ ਉਹਨਾਂ ਨੇ ਇੱਕ ਬੁੱਕ ਲਿਖੀ ਸੀ ਲੂਣਾ। ਠੀਕ ਹੈ ਜੀ, ਆਮ ਤੌਰ ਤੇ ਪੂਰਨ ਭਗਤ ਦਾ ਕਿੱਸਾ ਹੁੰਦਾ ਸੀ, ਠੀਕ ਹੈ ਉਹਨਾਂ ਨੇ ਉਹਦੀ ਪਾਤਰ ਲੂਣਾ ਹੈ ਜਿਹੜਾ ਉਹਦੇ ਤੇ ਲਿਖਿਆ। ਮੈਂ ਉਹਨਾਂ ਦੀ ਕਿਤਾਬ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਖ ਬੰਦ ਲਿਖਿਆ ਹੋਇਆ ਸੀ, ਮੈਂ ਉਹ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਲੋਕ ਇਹ ਸਵਾਲ ਕਰਦੇ ਨੇ ਵੀ ਪਹਿਲੇ ਜਿਹੜੇ ਲੋਕ ਸੀ ਵੀ ਉਹ ਕਿਉਂ ਨਹੀਂ ਸੀ, ਮਤਲਬ ਸੱਚਾਈ ਕਿਉਂ ਨਹੀਂ ਸੀ ਲਿਖਦੇ। ਉਹ ਕਹਿੰਦੇ ਮੈਂ ਲੂਣਾ ਕਿਉਂ ਲਿਖਿਆ, ਉਹਨਾਂ ਨੇ ਲੂਣਾ ਦਾ ਜਿਹੜਾ ਉਹਨੇ ਪੱਖ ਦੱਸਿਆ ਹੋਇਆ। ਠੀਕ ਹੈ ਜੀ, ਸ਼ਿਵ ਕੁਮਾਰ ਬਟਾਲਵੀ ਨੇ ਕਵਿਤਾਵਾਂ ਦੇ ਰੂਪ ਦੇ ਵਿੱਚ ਬੜਾ ਵਧੀਆ ਲਿਖਿਆ ਹੈ।
ਤੇ ਉਹਦੇ 'ਚ ਉਹਨਾਂ ਨੇ ਇੱਕ ਸ਼ਬਦ ਵਰਤਿਆ ਹੈ, ਕਹਿੰਦਾ ਜਿਹੜੇ ਉਦੋਂ ਰਾਜਿਆਂ ਦੇ ਟੁਕੜਿਆਂ ਤੇ ਪਾਲਣ ਵਾਲੇ ਲੋਕ ਸੀ ਫਿਰ ਉਹ ਸੱਚ ਤੋਂ ਦੂਰ ਹੋ ਜਾਂਦੇ ਸੀ। ਠੀਕ ਹੈ ਜੀ। ਅਸੀਂ ਜਿਹੜੇ ਹੁਣ ਇਹ ਜਿਹੜੇ ਵੱਡੇ ਸ਼ਾਹੂਕਾਰ ਨੇ, ਧਨਾੜ ਨੇ, ਉਹਨਾਂ ਦੇ ਟੁਕੜਿਆਂ ਤੇ ਪਾਲਣ ਵਾਲੇ ਲੋਕ ਨੇ, ਫਿਰ ਉਹਨਾਂ ਦੀ ਬੱਲੇ ਬੱਲੇ ਕਰਨ ਤੇ ਲੱਗ ਜਾਂਦੇ, ਚਾਹੇ ਉਹਨੂੰ ਦਾਨਵੀਰ ਕਹਿ ਲਓ, ਚਾਹੇ ਮਹਾਦਾਨਵੀਰ ਕਹਿ ਲਓ, ਕਿਹੜਾ ਕਿਤੋਂ ਸਰਟੀਫਿਕੇਟ ਦਾ ਕੋਈ ਜਾਰੀ ਨਹੀਂ ਹੁੰਦਾ। ਹਾਂਜੀ ਹਾਂਜੀ ਹਾਂਜੀ। ਦੋਸਤੋ, ਸਾਡਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿਹੜੀ ਇਮੇਜ ਹੈ ਉਹਨੂੰ ਖਰਾਬ ਕਰਨਾ ਨਹੀਂ ਹੈ, ਪਰੰਤੂ ਸਮਾਜ ਦੇ ਵਿੱਚ ਜਿਹੜਾ ਕੁਝ ਵਾਪਰ ਰਿਹਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਉਹ ਵੀ ਸਾਡੀ ਇੱਕ ਰਿਸਪੌਂਸਿਬਿਲਟੀ ਹੈ। ਇਸੇ ਕਰਕੇ ਇਹ ਮੁੱਦਾ ਜਿਹੜਾ ਸ਼ਹਿਰ ਦਾ ਇੱਕ ਹੌਟ ਇਸ਼ੂ ਸੀਗਾ, ਉਹਨੂੰ ਉਹਦੇ ਵਿੱਚ ਕੀ ਵਾਪਰ ਰਿਹਾ ਹੈ ਇਸ ਵੇਲੇ ਉਹ ਅਪਡੇਟ ਕੀਤਾ ਹੈ। ਤੇ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਖਰੀਆਂ ਗੱਲਾਂ। ਆਉਂਦੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ।